God bless you, beta. Thank you for coming. Oh, ਜਿਉਂਦੇ ਰਹੋ, ਖੁਸ਼ ਰਹੋ, ਦੋਏ ਝੁੱਗੀਦਾਰ ਰੱਬ ਅੱਗੇ ਆ। ਕਿਆ ਮਿੱਤਰ ਪਿਆਰੇ? God bless you. How are you? You, I think I've heard about you. ਕੱਲ ਜਿਹੜਾ ਫੋਨ ਤੇ ਗੱਲ ਹਾਂਜੀ ਹਾਂਜੀ ਫੋਨ ਤੇ ਹਾਂ? ਹਾਂਜੀ You are an NGO, isn't it? ਹਾਂਜੀ ਹਾਂਜੀ Thank you, beta. God bless you. You are representing women power. So, Good only one of the only panel. one. ਹਾਂ? ਕੀ ਹਾਲ ਚਾਲ ਹੈ ਰੇਸ ਹਾਈ ਸ਼ਾਬਾਸ਼ ਕੀ ਹਾਲ ਚਾਲ ਹੈ ਮਿੱਤਰ ਪਿਆਰੇ ਸੰਗਰੂਰੋਂ ਹਾਂਜੀ, ਸੰਗਰੂਰ। ਮੇਰੇ ਏਰੀਏ ਦਾ ਹਾਂ ਹਾਂਜੀ। ਸ਼ਾਬਾਸ਼ ਲੈ ਵੀ ਸਮਝ ਸਿੰਘ ਕਿੱਥੇ ਬਿਠਾਏਗਾ ਮੈਨੂੰ ਮੈਂ ਤਾਂ ਏਜੰਸੀ ਤੇ ਬਹਿ ਜਾਓ ਪੱਖਪਾਤ ਨਾ ਕਰੀ ਪੱਖਪਾਤ ਕਰੀ ਕੁਰਸੀ ਇੱਧਰ ਕਰ ਆ ਕੁਰਸੀ ਇੱਧਰ ਕਰ ਨੀਚਾ ਮੇਰੀ ਵੱਡੀ ਕੁਰਸੀ ਤੇ ਬੈਠ ਕੁਰਸੀਆਂ ਲਈ ਨਹੀਂ ਲੜਿਆ ਇਹਨੂੰ ਵੀ ਉਸੇ ਹੂੰ ਬੈਠ ਸਿੱਟ ਬੇਟਾ First of all, thanks for coming. मैं देखो आप फोन करके ਤੁਹਾਨੂੰ ਬੁਲਾਇਆ ਪਤਾ ਕਿਉਂ ਕਿਉਂਕਿ ਮੇਰੇ ਜੀਵਨ ਦਾ ਇੱਕ ਅਸੂਲ ਹੈ ਕਿ ਮੈਂ ਮੈਰਿਟ ਨੂੰ ਆਨਰ ਕਰਾਂ ਇਹ ਕੁੜੀਆਂ ਵੀ ਤਿੰਨ ਚਾਰ ਬੁਲਾਈਆਂ ਸੀ ਪਰ ਦੇਖੋ ਕੁੜੀਆਂ ਦਾ ਇੱਕ ਦਾਇਰਾ ਹੁੰਦਾ ਹੈ ਔਰ ਸਮਾਜ ਨੂੰ ਵੀ ਦੇਖਣਾ ਪੈਂਦਾ ਹੈ ਉਹਨਾਂ ਨੇ ਦੂਰੋਂ ਆਣਾ ਸੀ ਇਹ ਲੱਗੇ ਸੀ ਕੁੜੀ सर मैं लुधियाने तो आई हूँ। ਓਏ ਹੋਏ ਮੈਂ ਆਪਣੇ ਸ਼ਬਦ ਵਾਪਸ ਲੈਣਾ ਬੇਟਾ ਹਾਂ ਮਤਲਬ ਦੇਖੋ ਪਰਸਨਲੀ ਹੈਂਡ ਪਿਕ ਕੀਤਾ ਕਿਉਂਕਿ ਇਹ ਸਮਾਜਿਕ ਮੂਵਮੈਂਟ ਹੈ ਸਮਾਜਿਕ ਮੂਵਮੈਂਟ ਨੂੰ ਹਲਾਰਾ ਉਹ ਸਮਾਜ ਦੇ ਲੋਕ ਦੇਣਗੇ ਜਿਹੜੇ ਨਿਸਵਾਰਥ ਬਗੈਰ ਕੁਝ ਬਦਲੇ ਚ ਮੰਗੇ ਪਰਮਾਤਮਾ ਨੂੰ ਹਰ ਕਰਮ ਅਰਪਿਤ ਇਸ ਕਰਕੇ ਇਹ ਜਿਹੜਾ ਸਮਾਜਿਕ ਮਨਸੂਬਾ ਪੰਜਾਬ ਲੈ ਕੇ ਤੁਰਿਆ ਜਿਹਦਾ ਝੰਡਾ ਕਿਸਾਨ ਨੇ ਚੁੱਕਿਆ ਬੇਟਾ ਇਹ ਇੱਕ ਪਵਿੱਤਰ ਸੰਘਰਸ਼ ਹੈ ਇਹਦੀ ਕੜੀ 'ਚ ਕੋਲਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਪਰ ਮੇਰੀ ਮਾਂ ਨੇ ਮੈਨੂੰ ਹਮੇਸ਼ਾ ਇੱਕੋ ਗੱਲ ਸਮਝਾਈ ਉਹਦੇ ਮੱਖਣਾ ਔਰ ਉਹ ਝੁਠਲਾ ਦੁਨੀਆ ਦੇ ਰਹਿਣ ਤੱਕ ਕਾਇਨਾਤ ਦੇ ਰਹਿਣ ਤੱਕ ਕੋਈ ਨਹੀਂ ਕੁਛ ਲਾ ਸਕਦਾ ਜਿਸ ਪੱਤ ਰੱਖੇ ਸੱਚਾ ਸਾਹਿਬ ਨਾਨਕ ਮੇਟ ਨਾ ਸਾਕੇ ਕੋ ਮੈਂ ਇੱਕ ਵਾਰ ਬੜਾ ਔਖਾ ਸੀ ਦਰਬਾਰ ਸਾਹਿਬ ਗਿਆ ਮੈਂ ਕਿਹਾ ਰੱਬਾ ਮੈਂ ਤੇ ਤੇਰੀ ਰਜ਼ਾ 'ਚ ਰਾਜ਼ੀ ਰਹਿਣਾ ਅੱਜ ਮੇਰਾ ਮਾਰਗਦਰਸ਼ਨ ਕਰੀ ਤੇ ਮੈਂ ਫੂਡ ਬਾਟ ਲਾਏ ਉੱਥੇ ਉਹ ਰਿਸੈਪਸ਼ਨ ਹਾਲ ਜਿਹਾ ਹੁੰਦਾ ਤੇ ਅੰਦਰ ਗਿਆ ਤੇ ਉਹਨੇ ਸਰੋਪਾ ਜਿਹਾ ਪਾਇਆ ਤੇ ਸਰੋਪਾ ਪਾਉਂਦੇ ਹੀ ਮੈਨੂੰ ਮੋਰੇ ਇਹ ਲਾਈਨਾਂ ਦੋ ਲਿਖੀਆਂ ਹੋਈਆਂ ਜਿਸ ਪੱਤ ਰੱਖਿਆ ਸੱਚਾ ਸਾਹਿਬ ਨਾਨਕ ਮੇਟ ਨਾ ਸਾਕੇ ਕੋਈ ਉਹਦੇ ਥੱਲੇ ਅੰਗਰੇਜ਼ੀ ਟ੍ਰਾਂਸਲੇਸ਼ਨ ਲਿਖੀ ਕੀ ਲਿਖੀ ਕਿ him whom the great Lord protects no one shall dishonor ਕੋਈ ਉਸ ਬੰਦੇ ਜਿਹੜਾ ਸ਼ਰਨ ਚ ਉਹਦੀ ਕੋਈ ਅਰੇ ਇਹ ਜਿਹੜਾ ਇਹ ਜ਼ਲਜ਼ਲਾ ਆਇਆ ਇਹ ਸਮਾਜਿਕ ਇੱਕ ਰੈਵੋਲੂਸ਼ਨ ਆਈ ਹੈ ਇਹਦਾ ਝੰਡਾ ਬਰਦਾਰ ਸਾਡੀ ਪੱਗ ਵਰਗਾ ਕਿਸਾਨ ਹੈ ਠੀਕ ਹੈ ਕਿ ਨਹੀਂ ਸਾਡਾ ਅਸਤਿਤਵ ਹੈ ਇਹਨੂੰ ਕੋਈ ਟਾਲ ਨਹੀਂ ਸਕਦਾ ਇਹ ਮੌਕਾ ਹੈ ਵਕਤ ਦਾ ਚੁੱਕਿਆ ਇਨਸਾਨ ਤੇ ਅਸਾੜ ਹੁੰਦਾ ਸਾਵਣ ਦਾ ਚੁੱਕਿਆ ਕਿਸਾਨ ਹਮੇਸ਼ਾ ਖਤਾ ਕਰਦਾ ਗੱਲ ਸਮਝਦੇ ਹੋ ਇਸ ਕਰਕੇ ਮੌਕਾ ਹੈ not only strike while the iron is hot but make it hot by striking ਲੋਹਾ ਗਰਮ ਹੈ ਮਾਰੋ ਥੋੜਾ ਗਲੀਆਂ ਮੁਹੱਲਿਆਂ ਦੇ ਵਿੱਚ ਇਹ ਆਵਾਜ਼ ਚੁੱਕੋ ਕਿਉਂਕਿ ਅੱਜ ਤੁਹਾਡੀ ਲੋੜ ਹੈ ਇਸ ਕਰਕੇ ਮੈਂ ਆਪਣੀ ਗੱਲ ਰੱਖੂੰਗਾ ਫਿਰ ਤੁਹਾਡੀ ਇਨਵੋਲਵਮੈਂਟ ਵੀ ਲਵਾਂਗੇ ਬੇਟਾ ਬੜਾ ਹੀ ਇੱਕ ਪ੍ਰੀਕੇਰੀਅਸ ਬੜੀ ਹੀ ਇੱਕ ਨਾਜ਼ੁਕ ਪਰਿਸਥਿਤੀ ਫਲੂਇਡ ਸਿਚੁਏਸ਼ਨ ਅੱਜ ਇਸ ਦੇਸ਼ ਦੇ ਵਿੱਚ ਬਣੀ ਹੈ ਔਰ ਸੱਚ ਪੁੱਛੋ ਨਾ ਸਰਕਾਰ ਦੇ ਕੋਲ ਕੋਈ ਡਿਫੈਂਸ ਹੀ ਹੈ ਨਹੀਂ ਸਰਕਾਰ ਦੇ ਕੋਲ ਕੋਈ ਦਲੀਲ ਹੈ ਨਹੀਂ ਸਰਕਾਰ ਨੇ ਕਦੇ ਇਨਫਲੇਸ਼ਨ ਦੀ ਗੱਲ ਕੀਤੀ ਹੈ ਸਰਕਾਰ ਨੇ ਕਦੇ ਬੇਰੁਜ਼ਗਾਰੀ ਦੀ ਗੱਲ ਕੀਤੀ ਹੈ ਸਰਕਾਰ ਨੇ ਵੱਧਦੀ ਮਹਿੰਗਾਈ ਦੀ ਡਿੱਗਦੇ ਬੇਰੁਜ਼ਗਾਰ ਦੀ ਕੋਈ ਗੱਲ ਕੀਤੀ ਹੈ GDP 23% ਥੱਲੇ ਆਉਣ ਦੀ ਗੱਲ ਕੀਤੀ ਹੈ ਸਰਕਾਰ ਕੋਲ ਹੱਥਕੰਡਾ ਹੈ ਵੀ ਜਿਹੜਾ ਸਾਡੇ ਖਿਲਾਫ ਹੋਵੇ ਉਹ ਐਂਟੀ ਨੈਸ਼ਨਲ ਹੈ ਆ ਗੋਦੀ 'ਚ ਬਹਿ ਜਾਂਦੇ ਗੋਦੀ ਮੀਡੀਆ ਦੀ ਆਪਾਂ ਕਾਹਨੂੰ ਕਿਸੇ ਦਾ ਨਾਂ ਲੈਣਾ ਇਹ ਜੋ ਪਬਲਿਕ ਹੈ ਸਭ ਜਾਣਦੇ ਫਿਰ ਉੱਥੇ ਖੜ ਕੇ ਉਂਗਲਾਂ ਚੁੱਕਦੇ ਐ ਬੈਠ ਕੇ ਨਾ ਉਹਦੇ ਐਂਟੀ ਨਿੱਕੀ ਜਿਹੀ ਗੋਦੀ 'ਚ ਬੈਠ ਕੇ ਉੱਥੇ ਐਂਟੀ ਨੈਸ਼ਨਲ ਤੂੰ ਫਲਾਣਾ ਐਂਟੀ
ਇਹਨੇ ਕੁਛ ਨਹੀਂ ਹੈ। ਉਸ ਆੜ ਦੇ ਵਿੱਚ ਇਹ ਵਾਰ ਕਰਦੇ ਆ, ਲੇਕਿਨ ਮੈਂ ਕਹਿਣਾ ਔਰ ਛਾਤੀ ਠੋਕ ਕੇ ਕਹਿਣਾ ਕਿ ਸੱਚਾ ਦੇਸ਼ ਭਗਤ ਅੱਜ ਦੀ ਡੇਟ ਦੇ ਵਿੱਚ ਉਹੀ ਹੈ ਜਿਹੜਾ ਆਪਦੇ ਸੂਬੇ ਪੰਜਾਬ ਨੂੰ, ਹਿੰਦੁਸਤਾਨ ਨੂੰ, ਇਸ ਭਾਰਤ ਵਰਸ਼ ਨੂੰ ਇਸ ਸੈਂਟਰ ਦੀ ਤਾਨਾਸ਼ਾਹ ਸਰਕਾਰ ਤੋਂ ਬਚਾਊਗਾ, ਪ੍ਰੋਟੈਕਟ। ਮੇਰੇ ਹਿਸਾਬ ਦੇ ਨਾਲ ਦੈਟ ਇਜ਼ ਨੈਸ਼ਨਲਿਜ਼ਮ। ਔਰ ਇਸ ਸੱਚ ਦੀ ਲੜਾਈ ਦੇ ਵਿੱਚ ਮੈਂ ਖੜਾ, ਟਿਕਾ ਕੇ ਖੜਾ, ਔਰ ਦੇਖੀ ਅੱਜ ਪੋਤੜੇ ਫੇਰ ਖੋਲੂ। ਕਿਉਂ? ਕਿਉਂਕਿ ਮੈਂ ਜਾਣਦਾ ਕਿ ਇਹ ਗੇਮ ਕਿੱਦਾਂ ਖੇਡਦੇ। ਬੇਟਾ ਇੱਕ ਹੁੰਦਾ ਹੈ ਓਪੀਨੀਅਨ, 10 ਬੰਦੇ ਹੁੰਦੇ ਨਾ ਹਿੰਦੁਸਤਾਨ ਦੇ ਵਿੱਚ, ਤੇ ਉਹ ਵੀ ਓਪੀਨੀਅਨ ਦੇ ਲੋਕਤੰਤਰ ਦੇ ਵਿੱਚ ਜਾਨ ਹੁੰਦੀ ਹੈ ਓਪੀਨੀਅਨ, ਠੀਕ। ਲੇਕਿਨ ਜ਼ਰੂਰੀ ਨਹੀਂ ਕਿ ਜੋ ਓਪੀਨੀਅਨ ਹੋਵੇ ਉਹ ਫੈਕਚੁਅਲ ਹੋਵੇ, ਉਹ ਫੈਕਟ ਹੋਵੇ, ਇਹ ਜ਼ਰੂਰੀ ਤਾਂ ਨਹੀਂ, ਠੀਕ ਹੈ ਨਹੀਂ। ਫਿਰ ਦੂਜੀ ਚੀਜ਼ ਹੁੰਦੀ ਹੈ ਜੋ ਅਸੀਂ ਦੇਖ ਸਕਦੇ। ਜ਼ਰੂਰੀ ਨਹੀਂ ਜਿਹੜੀ ਪਬਲਿਕ ਪਰਸੈਪਸ਼ਨ ਹੈ ਜੋ ਸਾਨੂੰ ਦਿਖਾਈ ਦਿੰਦਾ ਹੋਵੇ ਉਹ ਸੱਚ ਹੋਵੇ, ਜ਼ਰੂਰੀ ਤਾਂ ਨਹੀਂ ਹੈ। Opinions are not factual, they are not facts. And the most important thing, public perception is not necessarily truth. ਇਹ ਜੋ ਇੱਕ ਮੂਵਮੈਂਟ ਟੀਵੀ ਤੇ ਚਲਾਉਂਦੇ ਆ ਨਾ, ਜ਼ਰੂਰੀ ਨਹੀਂ ਹੈ ਕਿ ਉਹੀ ਸੱਚਾਈ ਹੈ। ਸੱਚਾਈ ਬਹੁਤ ਡੂੰਗੀ ਹੈ ਔਰ ਸੱਚ ਪ੍ਰਤਾੜਿਤ ਹੋ ਜਾਂਦਾ ਪਰ ਪਰਾਜਿਤ ਨਹੀਂ ਹੁੰਦਾ। ਕਿੰਨਾ ਹੀ ਡਿਵੀਏਟ ਕਰ ਲੈਣ, ਕਿੰਨਾ ਹੀ ਉਹ 3-4 ਮਹੀਨਿਆਂ ਦੇ ਸੰਘਰਸ਼ ਨੂੰ ਨੀਵਾਂ ਪਾਉਣ ਦੀ ਕੋਸ਼ਿਸ਼ ਕਰਨ, ਪਰ ਸੱਚ ਤੇ ਸੱਚ ਹੈ। ਪਰ ਸੱਚ ਕੀ ਹੈ ਇਹਦੇ ਤੋਂ ਪਰਦਾ ਚੁੱਕਣਾ। ਇਹ ਕਿਉਂ ਧਿਆਨ ਡਿਵਰਟ ਕਰਦੇ? ਕਿਉਂਕਿ ਇਹਨਾਂ ਦੀ ਗੇਮ ਅੱਜ ਦੀ ਨਹੀਂ ਚੱਲਣ ਡਈ, ਬੜੇ ਸਾਲਾਂ ਤੋਂ ਚੱਲਣ ਡਈ ਹੈ। ਹਰ ਸਰਕਾਰੀ ਅਦਾਰੇ ਨੂੰ ਮਾਰਨਾ, ਧਿਆਨ ਅਸਲੀ ਮੁੱਦਿਆਂ ਤੋਂ ਭਟਕਾਉਣਾ, ਠੀਕ ਹੈ। ਔਰ ਸਰਕਾਰੀ ਅਦਾਰਿਆਂ ਨੂੰ ਮਾਰ ਕੇ ਉਹ ਜਿਹੜਾ ਪੈਸਾ ਹੈ, ਦੇਸ਼ ਦਾ ਪੈਸਾ, ਦੇਸ਼ ਦੇ ਖਜ਼ਾਨੇ ਦਾ ਪੈਸਾ, ਉਹਨੂੰ ਰੀਰੂਟ ਕਰਕੇ ਆਪਣੇ ਨਿੱਜੀ ਸਵਾਰਥਾਂ ਨੂੰ ਪੂਰਾ ਕਰਨ ਦੇ ਲਈ ਵਰਤਦੇ। ਨਿੱਜੀ ਸਵਾਰਥ ਕੀ ਨੇ? ਮੀਡੀਆ ਦਾ ਕੰਟਰੋਲ, ਉੱਥੇ ਪੈਸੇ ਪਾਓ। ਬਾਨੀ ਸਾਹਿਬ 70% ਮੀਡੀਆ ਕੰਟਰੋਲ ਕਰੋ, ਨਚਾਓ ਇਹਨਾਂ ਨੂੰ, ਠੀਕ ਹੈ ਕਿ ਨਹੀਂ। ਫਿਰ ਇਹ ਖਰੀਦੋ ਫਰੋਖਤ ਜਿਹੜੀ ਹੁੰਦੀ ਹੈ ਸਿਆਸਤ ਦੇ ਵਿੱਚ, ਵੇਖਿਆ ਨਾ, ਮੈਂ ਤੇ 5 ਇਲੈਕਸ਼ਨ 50 ਲੱਖ ਤੋਂ ਥੱਲੇ ਲੜੇ, ਪਰ ਖੂਨ ਪਸੀਨੇ ਦੀ ਕਮਾਈ ਨਾਲ ਲੋਕਾਂ ਨੇ ਲੜਨਾ, ਠੀਕ ਹੈ। ਲੇਕਿਨ ਖਰੀਦੋ ਫਰੋਖਤ ਹੁੰਦੀ ਦੇਖਦੇ ਹੋ ਨਾ, ਵੇਖਦੇ ਹੋ ਨਾ, ਉਹਦੇ ਲਈ ਆਪਣੇ ਨਾਪਾਕ ਮਨਸੂਬਿਆਂ ਨੂੰ ਪੂਰਾ ਕਰਨ। ਲੇਕਿਨ ਹੁਣ ਇਹ ਖੁੱਲੀ ਜਾਂਦਾ ਸਾਰਾ ਕੁਛ, ਹੁਣ ਇਹ ਹੌਲੀ ਹੌਲੀ ਇਹ ਖੁੱਲੀ ਜਾਂਦਾ। ਹੁਣ ਮੈਂ ਅਸਲ ਗੱਲ ਤੋਂ, ਜਿਹੜਾ ਅਸਲ ਕਿ ਬੇਟਾ ਜਦੋਂ ਇਹ ਕਾਲੇ ਕਾਨੂੰਨ ਆਏ ਔਰ ਇਹਨਾਂ ਨੇ ਆਪਦੀ ਗਲਤੀ ਦਾ ਇਸਤਕਬਾਲ ਕੀਤਾ, they accepted it। ਕਿੱਦਾਂ? ਇਹਨਾਂ ਕਹੀ 1.25 ਸਾਲ 1.5 ਸਾਲ ਅਸੀਂ ਇਹਨੂੰ ਸਥਗਿਤ ਕਰ ਦਿੱਤਾ, we will suspend it। ਪਰ ਕਿਸਾਨ ਬੜਾ ਸਿਆਣਾ, ਉਹ ਇਹਨਾਂ ਦੀ ਗੇਮ ਨੂੰ ਸਮਝਦਾ ਹੈ ਵੀ ਪਿਛਲੇ 6 ਸਾਲਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਸਰਕਾਰੀ ਅਦਾਰੇ ਮਾਰੇ, ਉਹ ਦੇਖ ਰਿਹਾ। ਇਹ ਸਮਝਾ ਹੀ ਨਹੀਂ ਸਕੇ ਕਿਸਾਨ ਨੂੰ ਕਿ ਭਾਈ ਜਦੋਂ ਕੋਵਿਡ ਨਾਲ ਸਾਰਾ ਕੁਝ ਡਿੱਗ ਰਿਹਾ ਸੀਗਾ, ਕੀ ਲੋੜ ਪਈ ਸੀ ਇਹ ਆਰਡੀਨੈਂਸ ਲਿਆਉਣ ਦੀ? ਭਾਈ ਐਡੀ ਕੀ ਕਾਹਲੀ ਸੀ? ਇਹ ਨਹੀਂ ਸਮਝਾ ਸਕੇ, ਇਹਨੂੰ ਨਹੀਂ ਕਨਵਿੰਸ ਕਰ ਸਕੇ। ਕਿਸਾਨ ਦੇਖਦਾ ਹੈ ਬੇਟਾ, ਕਿਸਾਨ ਦੇਖਦਾ ਹੈ ਕਿ ਸਾਰਾ ਸਰਕਾਰੀ ਅਦਾਰਾ ਜਿਹਨੂੰ ਆਪਾਂ ਕਹਿੰਦੇ ਆ ਪਬਲਿਕ ਸੈਕਟਰ ਯੂਨਿਟਸ, PSU, ਸਮਝਦੇ ਹੋ ਨਾ? ਫਟ ਟੋਕਿਓ ਮੈਨੂੰ, ਤੁਹਾਨੂੰ ਸਮਝਾਉਣਾ ਮੇਰਾ ਫਰਜ਼ ਹੈ, ਮੇਰਾ ਤਾਂ ਇਹ PSU ਜਿਹੜੇ ਸੀਗੇ, ਇਹ ਜਦੋਂ ਇਹਨਾਂ ਦੀ ਸਰਕਾਰ ਆਈ ਸੀ ਨਾ, ਇਹਨਾਂ ਦੀ ਜਿਹੜੀ ਮਾਰਕੀਟ ਕੈਪ ਹੈ, ਇਹਨਾਂ ਦੀ ਜਿਹੜੀ ਵੈਲਿਊ ਹੈ, ਇਹ ਕੋਈ 18-19 ਲੱਖ ਕਰੋੜ। ਇਕਨੋਮਿਸਟ ਬੈਠਾ ਕਿੰਨੇ ਸੀ ਬਈ? 18-19 ਲੱਖ 19 ਲੱਖ ਕਰੋੜ ਸੀ। 19 ਲੱਖ 10, ਮੈਂ ਫਿਗਰਾਂ ਜਾਂ ਜ਼ਿਆਦਾ ਨਹੀਂ, ਮੈਂ ਫਿਗਰ ਜ਼ਿਆਦਾ ਇੰਡੀਕੇਟ ਨਹੀਂ ਕਰਦੇ, ਪਰ ਫਿਰ ਵੀ 19 ਲੱਖ ਕਰੋੜ ਰੁਪਏ ਤੋਂ ਇਹ 11 ਲੱਖ ਕਰੋੜ ਆ ਜੀ ਮਿੱਤਰ ਪਿਆਰਿਓ। ਮਤਲਬ 40% ਸਰਕਾਰੀ ਅਦਾਰੇ ਘਟ ਗਏ, 40%। ਲੇਕਿਨ ਜਦ ਕਿ ਮੈਂ ਕਿਹਾ ਸੈਂਸੈਕਸ, ਉਹ ਮੈਂ ਦੱਸ ਰਿਹਾ, ਸੈਂਸੈਕਸ ਜਿਹੜੀ ਹੈ, ਜਿਹੜੀ ਇਹ ਗੱਲ ਕਰ ਰਿਹਾ, ਸੈਂਸੈਕਸ ਡਬਲ ਹੋ ਗਈ, 100% ਇਨਕਰੀਜ਼ ਹੋ ਗਈ। ਫਿਰ ਕਿੱਥੋਂ ਆਇਆ ਭਾਈ ਪੈਸਾ?
ਤੁਸੀਂ ਦੇਖੋ ਸੈਂਸੈਕਸ 24,000 ਤੇ ਸੀਗੀ 49-50,000 ਤੇ 2013-14 ਚ, ਠੀਕ ਹੈ ਕਿ ਨਹੀਂ? ਤੇ ਨਿਫਟੀ 7,500 ਤੇ ਸੀ, ਕਰੈਕਟ ਮੀ ਇਫ ਆਮ ਰੋਂਗ, ਠੀਕ ਹੈ, ਉਹ 14,000 ਤੇ ਹੋ ਗਈ। ਇਹ ਭਾਈ ਪੈਸਾ ਕਿੱਥੋਂ ਆਇਆ ਫਿਰ? ਸਰਕਾਰੀ ਦਾਇਰਿਆਂ ਦਾ ਤਾਂ ਹੈ ਨਹੀਂ, ਸਰਕਾਰ ਦਾ ਪੈਸਾ ਤਾਂ ਹੈ ਨਹੀਂ, ਇਹ ਕਿਹਦਾ ਪੈਸਾ ਹੈ? ਇਹ ਆਮ ਲੋਕਾਂ ਦਾ ਫਾਇਦਾ, ਉਹਦੇ ਖੂਨ ਪਸੀਨੇ ਦਾ ਫਾਇਦਾ, ਇਹ ਰੂਟ ਕਰਕੇ ਸਰਕਾਰੀ ਦਾਇਰਿਆਂ ਚੋਂ ਕੱਢ ਕੇ ਉਹ ਦੋ ਆਪਣੇ ਚਹੀਤੇ ਪੂੰਜੀਪਤੀਆਂ ਦੇ ਕੋਲ ਪਹੁੰਚਾਇਆ ਗਿਆ। ਉਹਦਾ ਮੈਂ ਪ੍ਰਮਾਣ ਦਊਂ ਤੁਹਾਨੂੰ, ਟਕਾ ਕੇ ਪ੍ਰਮਾਣ ਦਊਂ, ਕੋਈ ਚੈਲੰਜ ਕਰਦਾ ਮੈਂ, ਚੁਣੌਤੀ ਦੇ ਨਾਲ, ਸੱਚ ਦੀ ਬੁਨਿਆਦ ਦੇ ਉੱਤੇ। ਮੇਰੇ ਨਾਲ ਕੋਈ ਆ ਕੇ ਪੈਸੇ, ਮੈਂ ਕਦੋਂ ਦਾ ਉਡੀਕਦਾ ਕੋਈ ਵੈਸੇ ਸਹੀ ਇਸ ਗੱਲ ਤੇ ਕਰੇ ਤਾਂ ਸਹੀ ਗੱਲ। ਵੇਖੋ ਭਾਈ, ਜੇ ਸਰਕਾਰੀ ਅਦਾਰੇ 40% ਘਟ ਗਏ, 8-9 ਲੱਖ ਕਰੋੜ ਰੁਪਈਆ ਘਟ ਗਏ, ਤੇ ਤੁਸੀਂ ਇਹ ਵੇਖੋ ਕਿ ਜਦੋਂ ਸਾਰਾ ਕੁਝ ਡਿੱਗ ਰਿਹਾ ਸੀ, ਸਾਰਾ ਕੁਝ ਖਤਮ ਹੋ ਰਿਹਾ ਸੀ, ਅੰਬਾਨੀ ਦੀ ਦੌਲਤ 2,70,000 ਕਰੋੜ ਤੋਂ 4-5 ਸਾਲਾਂ ਦੇ ਵਿੱਚ 16 ਲੱਖ ਕਰੋੜ। ਇਹਦੇ ਕੋਲ ਕਿਹੜੀ ਗਿੱਦੜ ਸਿੰਘੀ? ਇਹ ਕਿਹੜੀ ਗਿੱਦੜ ਸਿੰਘੀ? ਕੋਈ ਇਨਵੈਂਸ਼ਨ ਨਹੀਂ ਇਹਨਾਂ ਕੋਲ, ਕੋਈ ਨਵੀਂ ਕਾਢ ਨਹੀਂ, ਕੋਈ ਨਵਾਂ, ਬਸ ਇੱਕ ਸਰਕਾਰੀ ਹੱਥ ਹੈ, ਮੋਨੋਪੋਲੀ ਕ੍ਰੀਏਟ ਕਰਦੇ ਆ ਵੀ ਸਾਡਾ ਹੀ ਹੈ ਸਾਰਾ। ਇਹ ਗੱਲ ਸਮਝਦਾ? ਅਡਾਨੀ, ਉਹਦੀ ਪਰਸਨਲ ਵੈਲਥ, ਉਹ ਇਹਨਾਂ ਦੋਨਾਂ ਦੇ ਬਿਜ਼ਨਸ ਮਾਡਲ ਅੱਡ ਨੇ। ਅਡਾਨੀ ਕੀ ਕਰਦਾ ਹੈ ਕਿ ਉਹ ਅੱਡ ਕੰਪਨੀਆਂ ਖੋਲ ਰੱਖੀਆਂ ਨੂੰ, ਉਹ ਭੰਬਲ ਭੂਸੇ 'ਚ ਪਾਉਂਦਾ, ਲੇਕਿਨ ਜਿਹੜੀ ਉਹਦੀ ਪਰਸਨਲ ਵੈਲਥ ਹੈ ਉਹ 18-19,000 ਕਰੋੜ ਤੋਂ ਵੱਧ ਕੇ 2,33,000 ਕਰੋੜ ਰੁਪਈਆ, ਮਤਲਬ 10 ਗੁਣਾ ਵੱਧ, ਠੀਕ ਹੈ? ਅੰਬਾਨੀ 8 ਗੁਣਾ ਤੇ ਸਰਕਾਰੀ ਅਦਾਰੇ ਅੱਧੇ। ਦੇਖਦੇ ਹੋ? अब समझते हो, समझाना भी है, क्योंकि आ चलती है ये, ताही ते फिर सोशल बंदे जेडे मैं सोशल मीडिया तो चुकदा, ये अपना तिल फुल पाउने असी, गल समझते हो? ये भाई ये किवें हो जांदा? ये भी एक गेम, इट्स अ गेम विदिन द गेम, इट्स अ बैटल विदिन द बैटल। की है कि भाई ONGC 4 ਲੱਖ ਕਰੋੜ ਰੁਪਈਆ ਉਹਦੀ ਮਾਰਕੀਟ ਕੈਪ, ਵੀ ਉਹਦੀ ਵੈਲਿਊ ਕਿੰਨੀ ਹੈ ਸਮਝਿਆ? 5 ਸਾਲਾਂ ਦੇ ਵਿੱਚ ਜਦੋਂ ਦੀ ਇਹਦੀ ਸਰਕਾਰ ਆਈ ਹੈ 1,19,000। ਕੋਲ ਇੰਡੀਆ 1,81,000 ਕਰੋੜ ਤੋਂ ਸਿੱਧੀ 84,000 ਕਰੋੜ। ਹਾਂਜੀ, ਭੇਲ ਦੇਖੀ ਚਲੋ, ਮੈਂ ਗਣਾਉਂਗਾ, ਮੈਂ ਨੰਬਰ ਮੇਰੇ ਸਮਾਇਆ ਹੋਇਆ, 48,000 ਕਰੋੜ ਤੋਂ ਸਿੱਧੀ 12,000 ਕਰੋੜ ਦੀ ਵੈਲਿਊ। ਗੇਲ ਆ ਜਿਹੜੀ ਗੈਸ ਅਥਾਰਟੀ ਆਫ ਇੰਡੀਆ, ਠੀਕ ਨਹੀਂ, ਗੇਲ ਸਰਕਾਰੀ ਅਦਾਰਾ, ਇਹ 47,000 ਕਰੋੜ ਤੋਂ 27,000 ਕਰੋੜ। ਫਿਰ ਭਾਈ ਮੈਨੂੰ ਐ ਦੱਸੋ, ਫੱਟ ਦੇਣਾ ਤੁਹਾਨੂੰ ਪਤਾ ਲੱਗ ਜੂ, ਮੈਂ ਅਨਫੋਲਡ ਕਰੂੰਗਾ ਜਿਵੇਂ ਪਿਆਜ਼ ਦੀਆਂ ਪਰਤਾਂ ਖੋਲੀ ਦੇਣਾ, ਐਵੇਂ ਖੋਲੂ ਭੇਜ ਦੇਣਾ। ਫਿਰ ਮੈਨੂੰ ਐ ਦੱਸੋ, ਇਹਨਾਂ ਨੂੰ ਮਾਰ ਕੇ ਫਾਇਦਾ ਕਿਹਨੂੰ ਹੁੰਦਾ ਡਾਇਰੈਕਟ? ਇਹਨਾਂ ਦਾ ਕੰਪੈਟੀਟਰ ਕੌਣ ਹੈ? ਭਾਈ ONGC ਦਾ ਕੌਣ ਕੰਪੈਟੀਟਰ? ਤੇਲ ਕੌਣ ਕੱਢਦਾ? ਕਿਆ ਬਾਤ ਹੈ, ਸਿੱਧੀ ਗੱਲ ਹੈ। ਮੈਂ ਕਹਿੰਦਾ ਦੁੱਧ ਦਾ ਦੁੱਧ ਕਰ ਦੂੰ, ਪਾਣੀ ਦਾ ਪਾਣੀ ਕਰ ਦੂੰ, ਫਾਇਦਾ ਸਿੱਧਾ ਰਿਲਾਇੰਸ ਨੂੰ। ਅੱਛਾ ਭਾਈ, ਕੋਲ ਕੌਣ ਕੰਟਰੈਕਟ ਲੈਂਦਾ? ਵੇਖਦੇ ਹੋ, ਮਤਲਬ ਕੋਲ ਇੰਡੀਆ ਮਰਦੀ ਹੈ ਤੇ ਹੋਰ ਪੁੱਛਣਾ, ਆ ਹੁਣ ਪਾਈਪਲਾਈਨ ਦਾ ਕੰਟਰੈਕਟ ਕਿਹਨੇ ਲਿਆ? ਅਡਾਨੀ ਗੈਸ। ਇਧਰੋਂ ਆਉਂਦੀ ਹੈ, ਇਧਰਲੇ ਪਾਸੋਂ ਤੱਕ ਦੇਣੇ, ਆਪਣੇ ਪੰਜਾਬ 'ਚ ਵੀ ਚੱਲਦੀ ਹੈ। ਇਹਨੂੰ ਕਹਿੰਦਾ ਹਾਂ ਪਟਿਆਲਾ ਵੀ ਪੈ ਰਹੀ ਹੈ, ਸ਼ੁਭੇ ਰੁਸਤਮ ਹੈ, ਹਮ ਤੋਂ ਸ਼ੁਭੇ ਰੁਸਤਮ ਹੈ। ਇਹ ਪਾਈਪਲਾਈਨ ਦਾ ਕੀ ਫਾਇਦਾ ਹੋਊ ਭਾਈ? ਹੈ NTPC, ਇਹਦੇ ਕੋਲ ਪਾਵਰ ਕੰਟਰੈਕਟ ਵੀ। NTPC ਨੂੰ ਬੇਟਾ 3 ਰੁਪਏ ਦਾ ਕੰਟਰੈਕਟ ਦਿੰਦੇ ਆ ਇਹ, ਔਰ ਉਹ ਵੀ ਟੈਂਡਰ ਪਾ ਕੇ, ਤੇ ਅਡਾਨੀ ਨੂੰ ਬਗੈਰ ਟੈਂਡਰ 5.5 ਰੁਪਏ। ਫਿਰ ਉਹ ਕਹਿੰਦਾ ਯਾਰ ਤੇਰਾ, ਉਹ ਕਹਿੰਦਾ ਮੈਂ ਨਹੀਂ ਦੇ ਰਿਹਾ। ਅੱਛਾ ਤੂੰ ਲੈਣਾ, ਕੋਈ ਨਹੀਂ ਯਾਰ, ਤੇਰਾ ਥੋੜਾ ਬਣਾ ਦੇਣੀ। ਇਸ ਤਰੀਕੇ ਦੇ ਨਾਲ ਇਹ ਮਾਰ ਚੱਲ ਰਹੀ ਹੈ। ਅੱਗੇ ਆਓ, ਵੇਖੋ ਸਹੀ, ਆਗੇ ਹੋਤਾ ਹੈ ਕਿਆ। ਹੁਣ ਇਹਨਾਂ ਦਾ ਇਸ ਤਰ੍ਹਾਂ ਬਰਕਤ ਪੈ ਰਹੀ ਹੈ, ਇਹਨਾਂ ਨੂੰ ਝੂਠ ਦਾ ਸਹਾਰਾ ਲੈ ਕੇ ਵਰਦਾ ਪਾਸ਼ ਹੋਊ। ਹੁਣ ਤੁਸੀਂ ਬੈਂਕਾਂ ਦੇ ਮੈਂ ਇੱਥੇ ਨੌਕਰੀ ਛੱਡੀ ਸੀ, ਮੈਂ ਸਟੇਟ ਬੈਂਕ 'ਚ ਪ੍ਰੋਬੇਸ਼ਨਰੀ ਅਫਸਰ ਸੀ, ਮੈਂ ਫੌਜ 'ਚ ਜਾਣਾ ਚਾਹੁੰਦਾ ਸੀਗਾ। ਜਦੋਂ ਮੈਂ ਫੌਜ 'ਚ ਹੁੰਦਾ ਜਰਨੈਲ ਪੱਕਾ ਵਾ,
ਮੇਰੀ ਤਮੰਨਾ ਪੂਰੀ ਹੋਣੀ ਸੀ ਰੱਬ ਨੇ। ਮੈਂ ਜੀ ਜਦੋਂ ਕਲੀਅਰ ਕੀਤਾ ਫੌਜ ਫੂਜ, ਬੇਟਾ ਤੁਸੀਂ ਤਾਂ ਬੱਚਿਆਂ ਵਾਂਗੂ, ਤੇ ਮੇਰਾ ਫਾਦਰ ਮੈਨੂੰ ਬਹੁਤ ਪਿਆਰ ਕਰਦਾ ਸੀ। ਮੈਂ ਆਪਣੀ ਸਾਰੀ ਜ਼ਿੰਦਗੀ ਆਪਣੇ ਪਿਓ ਦੇ ਨਾਲ ਲਾਈ, ਤੇ ਆਓ ਅਗਲੇ ਚਿੱਟੇ ਦਰਵਾਜ਼ੇ ਜੇ ਸੀ ਐ ਮੈਂ ਕਰਦਾ ਸੀ, ਟਰੱਕ ਦੇਣੇ ਵੱਜਦੇ ਸੀ। ਮੈਂ ਜੀ ਆਪਣਾ ਭਰਿਆ ਤੇ ਅਕੈਡਮੀ ਜਾਣ ਨੂੰ ਮੈਂ ਤਿਆਰੀ ਕੀਤੀ। ਮੈਂ ਇੱਕ ਸੂਟਕੇਸ ਸੰਦੂਰੀ ਜੀਨ ਪਾਉਣਾ ਹੁੰਦਾ, ਤੋਂ ਟੀ-ਸ਼ਰਟਾਂ 2-4 ਰੱਖਦਾ, ਪਤਲਾ ਪਤੰਗ ਫੁੱਲ ਵਰਗਾ ਸ਼ਰੀਰ ਹੁਣ ਵੀ ਹੈ ਇਹ ਗੱਲ, ਅਭੀ ਤੋਂ ਮੈਂ ਜਵਾਨ ਹਾਂ। ਤੇ ਮੈਂ ਇੱਥੋਂ ਪਿਓ ਦੇ ਕੋਲੋਂ ਨਿਕਲਿਆ ਤੇ ਉਹ ਦਰਵਾਜ਼ਿਆਂ ਦੇ ਕੋਲ ਆਇਆ ਜੇ ਕਰਕੇ ਖੋਲਿਆ, ਤੇ ਮੈਨੂੰ ਆਵਾਜ਼ ਪਿੱਛੋਂ ਆਈ ਸ਼ਾਇਰੀ, ਮੈਨੂੰ ਸਮਝ ਆ ਗਈ ਮੈਨੂੰ ਜਾਣ। ਮੈਂ ਵਾਪਸ ਆਇਆ, ਅੱਖਾਂ 'ਚ ਅੱਥਰੂ, ਦੇਖ ਨਹੀਂ ਸਕਦਾ। ਮੈਨੂੰ ਕਹਿੰਦਾ ਛੱਡ ਕੇ ਨਾ ਜਾ ਕ੍ਰਿਕਟ ਖੇਡ। ਮੈਂ ਸਾਰੀ ਜ਼ਿੰਦਗੀ ਗੱਲ ਆ ਗਈ ਇਹ ਉਸ ਬੈਂਕ ਜਿੱਥੇ ਮੈਂ ਨੌਕਰੀ ਕੀਤੀ, ਸਟੇਟ ਬੈਂਕ ਆਫ ਇੰਡੀਆ, ਉਹਦਾ ਵੀ ਮਰਜਰ ਹੋਇਆ SBI 'ਚ। ਮੈਂ SBI ਦੀ ਗੱਲ ਕਰਾਂ, 6 ਬੈਂਕ ਮਰਜ ਹੋਏ ਕਿ ਨਹੀਂ ਹੋਏ? ਠੀਕ ਹੈ ਰਾਈਟ, 6 ਬੈਂਕ, ਉਹ SBI ਜਿਹਦੇ 'ਚ 6 ਬੈਂਕ ਮਰਜ ਹੁੰਦੇ। ਬੇਟਾ ਜਿਹੜਾ 2,05,000 ਕਰੋੜ ਰੁਪਈਆ ਮਾਰਕੀਟ ਕੈਪ ਸੀਗਾ 2003 'ਚ, 2013 ਉਹ SBI ਅੱਜ 1,75,000 ਕਰੋੜ। 6 ਬੈਂਕਾਂ ਦੇ ਮਰਜਰ ਤੋਂ ਬਾਅਦ ਹੁਣ ਮੈਂ ਅੱਗੇ ਆਉਣਾ ਤਾਂ ਕਿ ਤੁਹਾਨੂੰ ਤੁਲਨਾਤਮਕ ਸਤਰ ਦੇ ਉੱਤੇ ਪਤਾ ਲੱਗੇ, ਕੰਪੈਰੀਜ਼ਨ 'ਚ ਪਤਾ ਲੱਗੇ। HDFC 10 ਗੁਣਾ, ਔਰ ਪ੍ਰਾਈਵੇਟ ਬੈਂਕ ਨੇ, ਇਹਨਾਂ ਨੇ ਸਰਕਾਰੀ ਬੈਂਕ ਲਟਾਏ, 10 ਗੁਣਾ ਘੱਟ, 10 ਗੁਣਾ ਘੱਟ ਉਹਦਾ ਕਸਟਮਰ ਬੇਸ ਹੈ। SBI ਦਾ 10 ਗੁਣਾ ਵੱਧ ਹੈ, ਜਿਹਦੀ ਬੈਲੈਂਸ ਸ਼ੀਟ ਹੈ 4 ਗੁਣਾ ਵੱਧ SBI ਦੀ। HDFC 2013 ਤੋਂ ਅੱਜ 6 ਲੱਖ ਕਰੋੜ ਦਾ ਹੋ ਗਿਆ, 175 ਤੋਂ 6 ਲੱਖ ਕਰੋੜ। ਸਹੀ ਗੱਲ, बेस्ट स्टॉक है ਹਾਂਜੀ ਬੈਸਟ ਸਟਾਕ ਹੈ। ਤੇ ਸਟੇਟ ਬੈਂਕ ਆਫ ਇੰਡੀਆ 1,75,000 ਕਰੋੜ। ਇਹ ਇਹਨਾਂ ਦੀ ਇਕਨੋਮੀ। ਕੋਈ ਸਮਝਾ ਦੇ ਮੈਨੂੰ, ਕੋਈ ਦੱਸ ਦੇ ਮੈਨੂੰ। ਜਿਹੜੇ EMPLOYEE ਮਰਜ ਹੋਏ ਮੇਰੇ ਨਾਲ ਖੇਡਦੇ ਹੁੰਦੇ ਸੀ, ਹੈ ਮੈਨੂੰ ਡਰਦਾ ਉਹਨਾਂ ਦਾ, ਮੈਂ ਦੇਖਦਾ ਅਖਬਾਰਾਂ ਪੜ੍ਹਦਾ, ਹੈ ਉਹ ਅੱਜ ਰੌਲਾ ਪਾਉਂਦੇ ਆ। ਉਹਨਾਂ ਨੂੰ ਇਹਨਾਂ ਨੇ ਕਿਹਾ ਸੀਗਾ ਵੀ ਜੋ SBI ਨੂੰ ਅਸੀਂ ਤਨਖਾਹ ਦਿੰਦੇ ਆ ਨਾ, ਉਹ ਤੁਹਾਨੂੰ ਵੀ ਸੇਮ ਪੈਰਲਲ ਉਸ ਤੇ ਲਿਆਵਾਂਗੇ। ਨੀਵਾਂ ਰੱਖਿਆ, ਪੱਖਪਾਤ ਉੱਥੇ ਨਾਲ ਦੀ ਨਾਲ। ਅੱਜ ਉਹ ਰੋਂਦੇ ਠੀਕ ਹੈ। ਇਹ ਕਿਉਂ ਹੋ ਗਿਆ ਬਾਈ? ਇਹ ਕਿਉਂ SBI ਮਰ ਰਿਹਾ ਹੈ? ਕਿਸੇ ਨੇ ਸੋਚਿਆ? ਮੈਂ ਦੱਸਦਾ, ਇਹ SBI ਦੀ ਬਾਂਹ ਰੋੜ। ਇਹ ਕਹਿੰਦੇ ਜਿਹੜੀਆਂ ਕੰਪਨੀਆਂ ਡੁੱਬ ਰਹੀਆਂ ਸੀ, ਫਿਸਕਲ ਡਿਫਿਸਿਟ ਪੂਰਾ ਕਰਨਾ, ਇਹਨਾਂ ਕੰਪਨੀਆਂ 'ਚ ਪੈਸੇ ਪਾ ਪਾਈ। 1,81,000 ਕਰੋੜ ਰੁਪਈਆ ਇਹਨਾਂ ਨੇ ਲੋਨ ਵੇਵ ਆਫ ਕਰਾਇਆ 1 ਸਾਲ ਪਹਿਲਾਂ। 1,81,000 ਕਰੋੜ, 5 ਲੱਖ ਕਰੋੜ ਇਹਨਾਂ ਅਮੀਰਾਂ ਨੂੰ ਛੁਡਾਇਆ। ਸਹੀ ਗੱਲ, ਮੰਨ ਸਕਦੇ ਹੋ? ਛੱਡਿਆ, ਚੁੱਕੋ। ਕਦੇ ਕਿਸਾਨ ਦੀ ਪੰਜੀ ਛੱਡੀ ਹੈ? ਛੱਡਿਆ ਜੀ। ਸੀ ਕਿਸੇ ਕਿਸਾਨ ਦੀ ਪੰਜੀ ਛੱਡੀ ਹੈ ਸਵਾਏ ਸਰਦਾਰ ਨੂੰ ਉਸਦੇ ਪੈਦਾ ਨਹੀਂ ਹੋਇਆ ਕੋਈ ਹੋਰ। ਕਿਆ ਮਾੜੀ ਮੋਟੀ ਸਾਡੀ ਸਰਕਾਰ ਕਦੇ ਛੱਡਿਆ? नहीं छटे ਦੱਸ ਹੈ ਹੋਰ ਦੇਖੋ। ਮੈਂ ਤੁਹਾਨੂੰ ਕਿਹਾ ਨਾ, आगे आगे देखो होता है क्या। बहाम रोड दे अंबानी साहब, छोटे अंबानी साहब, बड़े साहब, बड़े छोटे साहब, उन्होंने कहते जी बैंकरप्ट हो गया है। देखो तुम, मैं दहाना तुम कितना मित्र प्यारे, 84,000 करोड़ रुपया स्टेट बैंक तो ऑफ इंडिया तो लेंदा है। NPA मतलब पैसे लैके मुकर गए, पैसे लैके मुकर के 84,000 करोड़ रुपया बैंक जाके एफिडेविट दिंदा कोर्ट च कि ये तो फ्रॉड अकाउंट सी। कैन यू बीट इट? 84,000 करोड़ रुपया बैंक तो लैके बैंक जाके एफिडेविट दे रहा भी ये फ्रॉड सी, फ्रॉड अकाउंट। पंजी नहीं देंगे जी हुण। पर रिलायंस डिफेंस लाने हो है क्योंकि वो इन्हां नूं बिना एक्सपीरियंस दे HDR नूं मार, DRDO नूं मार के, हल नूं मार के ਇਹ ਉਹਦੇ ਨਾਲ ਨਹੀਂ ਹੋਣਗੇ, ਉਹਨੂੰ ਤੇ ਪ੍ਰੋਟੈਕਟ ਕਰਨਾ। ਇਹ ਕਿਉਂ ਆ? ਕਿਸਾਨ ਦੇ ਨਾਲ ਇਹ ਧੱਕਾ ਕਰਦੇ ਆ। ਮੈਂ ਪ੍ਰੂਵ ਕਰ ਦੂੰ ਤੁਹਾਨੂੰ, ਕਿਸਾਨ ਖੁਦਕੁਸ਼ੀ ਕਰਦਾ ਹੈ। ਕਿਉਂ ਕਰਦਾ ਹੈ? ਕਿਉਂਕਿ ਇਹ ਥੋੜੇ ਜਿਹੇ ਕਰਦੇ। ਤੁਸੀਂ ਅਖਬਾਰ ਚੱਕ ਲਓ, ਪਰਸੋਂ ਦਾ ਅਖਬਾਰ ਜੇ ਤੁਹਾਨੂੰ ਅੰਦਰੋਂ ਮੰਗਾ ਕੇ ਦਿਖਾਵਾਂ, ਹਰ ਥਾਂ ਦੇ ਉੱਤੇ ਪ੍ਰਾਈਵੇਟ ਘਰਾਂ ਦੀ ਕੁੜਕੀ ਲਿਖੀ। ਆ ਫਲਾਣੇ ਘਰ ਦੀ ਕੁੜਕੀ, ਇਹ ਫਲਾਣੇ ਘਰ ਦੀ ਕੁੜਕੀ, ਆ ਫਲਾਣੇ ਘਰ ਦੀ ਕੁੜਕੀ, ਇਹਨੇ ਪੈਸੇ ਨਹੀਂ ਦਿੱਤੇ ਕਦੇ। ਅੰਬਾਨੀ ਸਾਹਿਬ ਦੀ ਕੁੜਕੀ ਦਾ ਸੁਣਿਆ ਵੀ?
84,000 ਕਰੋੜ ਵਾਲਾ ਤਾਂ ਦੇਣਦਾਰੀ ਵਾਲਾ ਤਾਂ ਸਾਧ ਹੋ ਗਿਆ ਤੇ ਜਿਹਦੋਂ ਵਿਚਾਰੇ ਤੋਂ ਕਿਸਾਨ ਤੋਂ ਇੱਕ ਕਿਸ਼ਤ ਨਹੀਂ ਦਿੱਤੀ ਜਾਂਦੀ ਕਿ ਕੋਈ ਛੋਟਾ ਵਪਾਰੀ ਹੈ ਉਹਦੀ ਕੋਠੀ ਦੀ ਕੁਰਕੀ ਕਿਉਂ ਅੱਗੇ ਆਓ ਬੇਟਾ ਬੰਬ ਕਰ ਦੂੰ ਦੇਖੀ ਇਹ ਮੇਰੇ ਅੰਦਰ ਸਮਾਈਆਂ ਹੋਈਆਂ ਗੱਲਾਂ ਜੀ ਹੁਣ ਇਹ ਜਿਹੜਾ ਐਨਪੀਏ ਹੈ 17 ਲੱਖ ਕਰੋੜ ਬੈਂਕਾਂ ਦਾ ਸਾਰੇ ਸਰਕਾਰੀ ਬੈਂਕਾਂ ਦਾ ਕੋਈ HDFC ਪ੍ਰਾਈਵੇਟ ਬੈਂਕ ਹੈ ਕੋਟਕ ਬੈਂਕ ਯਾਰ ਛੋਟਾ ਜਿਹਾ ਬੈਂਕ ਪਿੱਤੂ ਜਿਹਾ ਬੈਂਕ ਜਿਹੜਾ ਸਿਰਫ ਅਰਬਨ ਏਰੀਆ 'ਚ ਹੁੰਦਾ ਕੋਟਕ ਬੈਂਕ ਸੁਣਿਆ ਭਾਈ SBI 1,75,000 ਕਰੋੜ ਮਾਰਕੀਟ ਕੈਪ ਤੇ ਕੋਟਕ ਬੈਂਕ ਜਿਹੜਾ ਹੈਗਾ ਉਹ 3 ਲੱਖ ਅਰਬਨ ਕੰਮ ਇਹ ਸੋਚਣਾ ਹੈ ਕੈਨ ਯੂ ਬੀਟ ਇਟ ਹੁਣ ਤੁਹਾਨੂੰ ਮੈਂ ਐਨਪੀਏ ਦੱਸਦਾ ਵੀ ਇਹ 17 ਲੱਖ ਕਰੋੜ ਰੁਪਏ ਜਿਹੜਾ ਚਕਾਤਾ ਇਹਨੂੰ ਰੀਰੂਟ ਕਰਕੇ ਆ ਫਾਇਦਾ ਲੈਂਦੇ ਆ ਖਰੀਦੋ ਕਰੋ ਅੱਲਾ ਪੱਬਾਸ ਵੀ ਸਮਝਦੇ ਹੋ ਜੋ ਪਬਲਿਕ ਹੈ ਸਭ ਜਾਣਦੀ ਹੈ ਇਹ ਕਿਉਂ ਇਹ 100% ਜੇ ਲਾਉਂਗੇ ਤੇ ਕਿਸਾਨ ਦਾ ਕਰਜ਼ਾ ਜਿਹੜਾ ਹੈਗਾ ਐਨਪੀਆਂ ਦੇ ਵਿੱਚ ਉਹ 10% 9 to 11% ਹੋ ਸਕਦਾ ਪ੍ਰਾਈਵੇਟ ਮਨੀ ਲੈਂਡਰਸ ਤੋਂ ਹੋਵੇ ਉਹ ਠੀਕ ਹੈ ਲੇਕਿਨ ਇਹਨਾਂ ਦਾ ਜਿਹੜਾ ਸਰਕਾਰੀ ਇਹਦਾ ਮਤਲਬ ਬੈਂਕ ਨਹੀਂ ਦਿੰਦੇ ਤੁੰਦੇ ਉਹ ਤਾਂ ਵਿਚਾਰਾ ਆਰਤੀ ਵੀਰਾਂ ਕੋਲ ਫਿਰਦਾ ਉਹੀ ਉਹਦੇ ਕੋਈ 25,000 ਲੈਂਦਾ ਉਹਦੇ ਕੋਲ 10,000 ਲੈਂਦਾ ਉਹਦੇ ਕੋਲ 20,000 ਲੈਂਦਾ ਇਹ ਨਹੀਂ ਦਿੰਦੇ ਇਹਦੇ ਉੱਥੇ ਕਾਲੇ ਅੱਖਰਾਂ ਦੇ ਵਿੱਚ ਕਿਸਾਨ ਨੂੰ ਵਿਚਾਰੇ ਨੂੰ ਗੁੰਮ ਕਰ ਦਿੰਦੇ ਸਹੀ ਖੜੇ ਆ ਉਹ ਕਿਸਾਨ ਸਾਡੀ ਪੱਗ ਨੇ ਉਹ ਖੜਾ ਨਵਜੋਤ ਸਿੰਘ ਸਿੱਧੂ ਮਰਦੇ ਦਮ ਤੱਕ ਕਰ ਲੈਣਗੇ ਉਹਨਾਂ ਨੂੰ ਸਾਥ ਦੇਖੋ ਇਹਨਾਂ ਕੋਤਰਾ ਕੋਲ ਜਿਹੜਾ ਸਰਵਿਸ ਸੈਕਟਰ ਹੈ 60% ਜਿਹੜਾ ਸਰਵਿਸ ਪ੍ਰੋਵਾਈਡਰ ਹੈ ਹਾਂਜੀ ਸਰਵਿਸ ਪ੍ਰੋਵਾਈਡਰ ਉਹਨਾਂ ਦਾ ਐਨਪੀਏ ਜਿਹੜਾ ਹੈਗਾ ਪੂਰੇ ਦੇਸ਼ ਦਾ ਉਹ 12 ਤੋਂ 15% 16 ਕਿਉਂ ਵੀ ਇਕਨੋਮਿਸਟ ਠੀਕ ਆ 12 ਤੋਂ 16 ਇਕਨੋਮਿਸਟ ਹੈ ਪਿੰਨੀ ਖਾਂਦਾ ਇਹ ਦੂਜੀ ਉਹ ਕੀ ਕਹਿੰਦਾ ਨਾਲਸੀ ਵਾਲੀ ਆਂਦਾ ਭਾਈ ਇਹ ਤੁਹਾਨੂੰ ਖਵਾਈ ਕਿ ਨਹੀਂ ਖਵਾਈ ਇਹ ਮੇਰੀਆਂ ਪਿੰਨੀਆਂ ਵੀ ਵੇੜਦਾ ਮੇਰੇ ਪੁੱਤਾਂ ਵਾਂ ਨਹੀਂ ਅੱਜ ਮੈਨੂੰ ਸਪੈਸ਼ਲ ਪਿੰਨੀਆਂ ਲੱਗ ਗਈ ਮਹਾਰਾਜ ਨੇ ਮਹਾਰਾਜ ਲੈ ਜਾਂਦੀ अलसी ਦੀਆਂ ਪਿੰਨੀਆਂ ਨੇ ਪਰ ਦੇਖ ਲੈ ਗੱਲਾਂ ਮੇਰੀਆਂ ਲਾਲ ਨੇ ਅਭੀ ਤੋਂ ਮੈਂ ਜਵਾਨ ਹੂੰ ਮਲਿਕਾ ਪੁਰਾ ਸੁਣਦਾ ਹਾਂ ਸਵੇਰੇ ਅੱਛਾ ਤੀਜੀ ਚੀਜ਼ ਉਸ ਕਾਲ ਪੁਰਖ ਦਾ ਨਾਮ ਜਿਹੜਾ ਇਹ ਮੂਵਮੈਂਟ ਨੂੰ ਚਲਾਉਂਦਾ ਭਾਈ ਹੁਣ ਇਹਨਾਂ 0.1% ਅਮੀਰਾਂ ਦਾ ਇਹਨਾਂ ਦਾ ਕਹਿੰਦਾ ਐਮਪੀ ਤੂੰ ਦੱਸ ਬੇਟਾ 75% 70 ਤੋਂ 75% ਇਹਨਾਂ ਦਾ ਜਿੰਨੀਆਂ ਸਰਕਾਰੀ ਕੰਪਨੀਆਂ ਉਹਦੇ ਬੁੱਕ ਵੈਲਿਊ ਨਹੀਂ ਰਹੀ ਉਹਨਾਂ ਦੀ ਕਿਉਂ ਵੀ ਇਕਨੋਮਿਸਟ ਸਮਝਾ ਰਿਹਾ ਬੁੱਕ ਵੈਲਿਊ ਸਮਝਾ ਰਿਹਾ ਇਹਨੂੰ ਜਿਹੜੀਆਂ PSUs ਨੇ ਇਹਨਾਂ ਜਗ੍ਹਾ 7 ਬੜੀਆਂ PSU ਲਈ ਜਿਵੇਂ NTPC ONGC IOCL ਸੇਲ ਇਹ ਬੇਸਿਕਲੀ ਜਿਹੜੀ ਇਹਨਾਂ ਦੀ ਐਸੈਟ ਵੈਲਿਊ ਹੈ ਜੋ ਅਸੈਟਸ ਓਨ ਕਰਦੇ ਨੇ ਜੋ ਉਹ ਚ ਉਹਨਾਂ ਦੇ ਕਰਜ਼ ਕੱਢ ਲਈਏ ਲਾਇਬਿਲਿਟੀਜ਼ ਕੱਢ ਲਈਏ ਤੇ ਉਹਨਾਂ ਦੀ ਜਿਹੜੀ ਬੇਸਿਕ ਬੁੱਕ ਵੈਲਿਊ ਬਣਦੀ ਹੈ ਜੋ ਉਹਦੀ ਬੇਸਿਕ ਕੀਮਤ ਬਣਦੀ ਹੈ ਜਿਵੇਂ ਇਸ ਘਰ ਦੀ ਬਣ ਗਈ 2 ਕਰੋੜ ਟੈਂਜੀਬਲ ਵੈਲਿਊ ਬਣ ਗਈ ਵੀ ਇਹ ਘਰ ਦੀ 2 ਕਰੋੜ ਰੁਪਏ ਹੈ ਇੱਕ 5 ਕਰੋੜ ਦਾ ਘਰ ਹੈ 3 ਕਰੋੜ ਰੁਪਏ ਥੋੜੀ ਦੇਣਦਾਰੀ ਹੈ ਤਾਂ 2 ਕਰੋੜ ਦੀ ਥੋੜੀ ਵੈਲਿਊ ਪੈਂਦੀ ਹੈ ਜਦੋਂ ਮਾਰਕੀਟ ਟ੍ਰੇਡ ਕਰ ਰਹੀਆਂ ਨੇ ਅੱਜ ਉਹਨਾਂ ਦੀ ਉਹ 2 ਕਰੋੜ ਦੀ ਵੈਲਿਊ ਨਹੀਂ ਪੈ ਪਾ ਰਹੀ ਹੈ ਤੇ ਇਹਨਾਂ ਦੀਆਂ ਕੰਪਨੀਆਂ 8 ਟਾਈਮਸ 9 ਟਾਈਮਸ 10 ਟਾਈਮਸ ਟ੍ਰੇਡ ਹੋ ਰਹੀਆਂ ਅਡਾਨੀ ਲੌਜਿਸਟਿਕਸ 100 ਰੁਪਏ ਦਾ ਸ਼ੇਅਰ 700 900 ਰੁਪਏ ਦਾ ਟ੍ਰੇਡ ਹੋ ਰਿਹਾ ਹੈ ਕੋਈ 100 ਰੁਪਏ ਦਾ ਸ਼ੇਅਰ 1000 ਦਾ ਟ੍ਰੇਡ ਹੋ ਰਿਹਾ ਹੈ ਪਰ ਜਿਹੜੀਆਂ ਸਰਕਾਰੀ ਕੰਪਨੀਆਂ ਨੇ ਉਹ ਆਪਣੀ ਬੁੱਕ ਵੈਲਿਊ ਟ੍ਰੇਡ ਨਹੀਂ ਹੋ ਪਾ ਰਹੀਆਂ ਉਹਦੇ ਸਰਕਾਰ ਨੂੰ ਕਹਿੰਦੇ ਨਾਚ ਮੇਰੀ ਪੁਲਪੁਲ ਇਹਦੇ 'ਚ ਇੱਕ ਪੁਆਇੰਟ ਹੈਗਾ ਜਿਹੜੇ ਆਪਾਂ ਲਾਅ ਸਟੂਡੈਂਟਸ ਦੇਖਦੇ ਆ ਕੰਪੀਟੀਸ਼ਨ ਲਾਅ ਜਿੱਥੇ ਐਗਜ਼ਿਸਟ ਕਰਦਾ ਆਪਣਾ ਇੰਡੀਆ 'ਚ ਇਟ ਸੀਜ਼ ਟੂ ਐਗਜ਼ਿਸਟ ਅਭੀ ਆਪਾਂ ਮੋਨੋਪੋਲੀਜ਼ ਨੂੰ ਬੜਾਵਾ ਦੇ ਰਹੇ ਹਾਂ ਕੰਪੀਟੀਸ਼ਨ ਲਾਅ ਕਿਤੇ ਆਪਣਾ ਐਪਲੀਕੇਬਲ ਨਹੀਂ ਹੁੰਦਾ ਅਸੀਂ ਜੇ ਇੰਟਰਨੈਸ਼ਨਲੀ ਦੇਖੀਏ ਗੂਗਲ ਕੋਈ ਇੱਕ ਚੀਜ਼ ਕਰਦਾ ਹੈ ਸਿੱਧਾ $2 ਬਿਲੀਅਨ ਦਾ ਕੇਸ ਬਣਦਾ ਹੈ ਬੇਟਾ ਤੂੰ ਬਹੁਤ ਵਧੀਆ ਪੁਆਇੰਟ ਬੇਟਾ ਜਿਹੜਾ ਕੰਪੀਟੀਸ਼ਨ ਹੈ ਨਾ ਇਟ ਰੇਜ਼ਸ ਦੀ ਲੈਵਲ ਆਫ ਦ ਗੇਮ ਜਦੋਂ ਤੁਹਾਨੂੰ ਇਹ ਪਤਾ ਵੀ ਮੇਰੀ ਕੋਈ ਰਿਪਲੇਸਮੈਂਟ ਹੀ ਹੈ ਨਹੀਂ ਔਰ ਮੇਰੀ ਮੋਨੋਪੋਲੀ ਨੂੰ ਸਰਕਾਰ ਚਲਾ ਰਹੀ ਹੈ ਤੇ ਤੁਸੀਂ ਕਿਹਨੂੰ ਮੰਨੋਗੇ ਤੁਸੀਂ ਕਿਹਨੂੰ ਜਾਣੋਗੇ ਚਾਚਾ ਜੀ ਸਿੱਧੂ ਸਾਹਿਬ ਨੇ ਤਾਂ ਪੂਰੇ ਪੰਜਾਬ ਦੇ ਅੰਦਰ ਇਹ ਮੋਨੋਪੋਲੀ ਦੇ ਖਿਲਾਫ ਕਿਆ ਸੰਘਰਸ਼ ਲੜਿਆ ਤੁਸੀਂ ਕੇਬਲ ਆਪਰੇਸ਼ਨ ਦੇਖ ਲਓ ਪੰਜਾਬ 'ਚ ਮੋਨੋਪੋਲੀ ਹੈ ਆਪਣੀ ਆਪਣੀ ਫਾਸਟਵੇਅਰ ਦੀ ਮੋਨੋਪੋਲੀ ਹੈ ਪੰਜਾਬ 'ਚ ਉਹਦੇ ਖਿਲਾਫ ਲੜਾਈ ਇਹ ਨਹੀਂ ਲੜੀ ਹੈ ਚਲੋ बट हर चीज की कुछ मोनोपोली तो सैंड नहीं की लेकर होती। किसी की मजबूरियां यूं ही चाह के तो कोई बेवफा नहीं होता मैं शेयर भी कर देता है ना क्यों ਇੱਕ ਪੁਆਇੰਟ ਉਹ हाँ बोल बेटा ਜਿਹੜਾ ਆਪਣਾ ਕਰੋਨਾ ਵਾਇਰਸ ਸੀਗਾ ਇਹਦੇ ਹਾਂਜੀ। ਵਿੱਚ ਆਪਣੇ ਇਹਨਾਂ ਨੇ ਜੀਓ ਨੂੰ ਪ੍ਰਮੋਟ ਕੀਤਾ ਪਹਿਲਾਂ ਫ੍ਰੀ ਚ ਲੈ ਕੇ ਆਏ ਸੀਗੇ ਜਿੱਦਾਂ ਹੀ ਇਹਨਾਂ ਨੂੰ ਲੱਗਿਆ ਕਿ ਮਾਰਕੀਟ ਕੰਟਰੋਲ ਸਾਡੇ ਕੋਲ ਆ ਗਿਆ ਏਅਰਟੈਲ ਕੇਸ ਨਹੀਂ ਹਾਰ ਰਹੀ ਵੋਡਾਫੋਨ ਦੀ ਚਲੋ ਜੋ ਵੀ ਉਹਨਾਂ ਦਾ ਹੋਇਆ ਆਪਣੇ ਜਿਹੜਾ ਵੀ ਇਹਨਾਂ ਨੇ ਸੀਗਾ ਇਹਨਾਂ ਪ੍ਰਾਈਸਿਸ ਇਨਕਰੀਜ਼ ਕਰਤੇ ਵੱਖਰੇ ਵੱਖਰੇ ਪੈਕਸ ਲੈ ਕੇ ਆਏ ਆਪਣੇ
ਪਤਾ ਸੀਗਾ ਲੋਕੀ ਘਰ ਨੇ ਇੰਟਰਨੈਟ ਚਲਾ ਰਹੇ ਨੇ, ਹੈ ਹੀ ਸਿਰਫ Jio ਸਾਰੇ ਕੋਲ। ਉਹ ਪੁੱਤਰਾ ਮੈਂ ਤੈਨੂੰ ਐਡ ਕਰ ਦਿੰਦਾ, BSNL ਨੂੰ ਮਾਰ ਕੇ। ਮੈਂ ਕਿਹਾ ਤੂੰ ਹਾਂ Yes, ਆ ਦੇਖ, ਧੰਨਵਾਦ। ਇਹ ਛੋਟਾ ਤੀਰ ਗਾਉ ਕਰੇ ਗੰਭੀਰ। ਗੱਲ ਸਮਝੋ ਕਿ ਇਹ 4G ਤੋਂ ਬਿਨਾ ਚੱਲ ਸਕਦਾ ਕੋਈ ਵੀ ਸਰਕਾਰੀ ਅਦਾਰਾ। BSNL ਨੂੰ ਕਹਿੰਦੇ 4G ਹੈ ਨਹੀਂ, ਇਹਨੂੰ ਕਹਿੰਦੇ 4G। ਸਾਰੇ ਕਮਰਸ਼ਲ ਇੱਕ ਨੂੰ ਬਦਲਦੇ, ਉਹ 3 ਮਹੀਨੇ ਤੋਂ ਬਾਅਦ ਉਹ ਨਹੀਂ ਕਰ ਸਕਦਾ ਸੀਗਾ, ਕੀ ਕਹਿੰਦੇ ਨੇ ਇਕਨੋਮਿਸਟ, ਬੇਸਿਕਲੀ ਉਹ 3 ਮਹੀਨੇ ਤੋਂ ਜ਼ਿਆਦਾ ਤੁਹਾਨੂੰ ਫ੍ਰੀ ਸਰਵਿਸਿੰਗ ਦਿੰਦੀ ਜਿਹੜੀ ਨਵੀਂ ਕੰਪਨੀ ਆਉਂਦੀ ਸਾਲ ਦੀ ਹੈ, ਲੈ ਜਦੋਂ ਕੋਈ ਨਵੀਂ ਕੰਪਨੀ ਮਾਰਕੀਟ ਚ ਆਉਂਦੀ ਹੈ ਅੰਟਿਲ ਉਹਨਾਂ ਦਾ ਮਾਰਕੀਟ ਹੋਲਡ ਹੋਵੇ ਉਹ ਤੁਹਾਨੂੰ ਆਫਰ ਨਹੀਂ ਦੇ ਸਕਦੇ 3 ਮੈਨੂੰ ਇੱਕ ਗੱਲ ਦੱਸ ਮਹੀਨੇ ਦੇ। ਸਭ ਕੁਝ ਲੋ ਕਰਤਾ। ਕੰਪੀਟੀਸ਼ਨ ਕਿਹਨਾਂ ਨਾਲ ਹੈ? ਜਿਨ੍ਹਾਂ ਨੂੰ ਮਾਰ ਰਹੇ ਆ, ਉਹ ਜਿਨ੍ਹਾਂ ਨੂੰ ਮਾਰ ਰਹੇ ਆ ਉਹਨਾਂ ਦੇਖ, FCA ਸਮਝਾਈ, NSSF ਜਿਹਦੇ ਵਿੱਚ ਗਰੀਬਾਂ ਦੇ ਪੈਸੇ, ਪ੍ਰੋਵੀਡੈਂਟ ਫੰਡ ਹੈ, ਜਿਨ੍ਹਾਂ ਕੋਲ ਛੋਟੇ ਛੋਟੇ ਵਿਕਾਸ ਪੱਤਰ, ਕਿਸਾਨ ਵਿਕਾਸ ਪੱਤਰ ਕਿਸਾਨਾਂ ਦੇ 90% 95% ਹਿੰਦੁਸਤਾਨੀ ਦੇ ਦੇਣ ਨੂੰ 0.1% ਵਾਲੇ ਦੇ ਦੇ। ਕਿਉਂ? ਕਿਉਂਕਿ ਉਹ ਐ ਘੁੰਮ ਕੇ ਥੋੜੀ ਆ ਜਾਂਦੀ, ਰੇਟ ਆਫ ਇੰਟਰਸਟ ਵੀ ਹੋਵੇ। ਰੇਟ ਆਫ ਇੰਟਰਸਟ ਦੇਦਾ ਬਾਕੀ ਆਣਾ ਬੇਟਾ, ਤੈਨੂੰ ਮੈਂ ਤੇਰੇ ਪੁਆਇੰਟ ਨੂੰ ਹੀ ਪ੍ਰੂਵ ਕਰ ਦਿੰਦਾ। ਐਂਡ ਫਿਰ ਤੂੰ ਤੋਂ ਮੈਂ ਸਲਾਹ ਵੀ ਲਊਂਗਾ, 3-4 ਮਿੰਟ ਦਾ ਮੇਰਾ ਆਰਗੂਮੈਂਟ ਹੋ, ਦੇਖੋ ਵੱਟ ਕੱਢ ਦੋ, ਸਾਗਰ ਨੂੰ ਕਹਿੰਦੇ ਗਾਗਰ ਚ ਪਾ ਦੋ, ਹੈ ਨਹੀਂ। ਉਹ ਤੋਂ ਅੱਗੇ ਆ, ਹਿੰਦੁਸਤਾਨ ਦਾ ਸਭ ਤੋਂ ਵੱਡਾ ਟੌਪ ਮੋਸਟ ਅਦਾਰਾ ਜਿਹੜਾ ਅੱਜ ਦੀ ਡੇਟ ਦੇ ਵਿੱਚ 36 ਲੱਖ ਕਰੋੜ ਰੁਪਏ ਦੀ ਮਾਰਕੀਟ ਕੈਪ ਹੈ। ਔਰ ਤੁਸੀਂ ਜਦੋਂ ਤੁਸੀਂ ਉਹਨੂੰ ਉਹਦੇ ਐਸੈਟਸ ਲਾਉਂਗੇ ਉਹ 36 ਲੱਖ ਕਰੋੜ ਰੁਪਏ, ਜੇ ਤੁਸੀਂ ਰਿਲਾਇੰਸ ਦੇ ਲਾਓ 11 ਲੱਖ ਕਰੋੜ, ਜੇ ਤੁਸੀਂ ONGC ਲਾਓ ਜਿਹੜੇ ਸਭ ਤੋਂ ਅਮੀਰ ਨੇ ਇਹ 5 ਲੱਖ ਕਰੋੜ। ਸੋ ਸੀ ਦੀ ਮੈਗਨੀਚਿਊਡ, ਮਤਲਬ ਉਹਦੇ ਵੱਡੇਪਨ ਨੂੰ ਦੇਖੋ ਕਿ ਉਹ ਕਿੰਨੇ ਸਾਲਾਂ ਦੇ ਵਿੱਚ, 50-60 ਸਾਲਾਂ ਦੇ ਵਿੱਚ ਉਹ ਇਸ ਦੇਸ਼ ਦੇ 67% ਲੋਕਾਂ ਦਾ ਨੂੰ ਕੇਟਰ ਕਰਦਾ। ਸਮਝੇ? ਉਹ ਹੈਗੀ ਹੈ LIC। ਮਿੱਤਰਾ ਇਹ ਕਾਨੂੰਨ ਕਿਉਂ ਆਏ ਸੀ? LIC ਤੇ ਮੈਂ ਬਾਅਦ ਦੇ ਵਿੱਚ ਆਣਾ, ਇਹ ਕਾਨੂੰਨ ਕਿਉਂ ਆਏ ਸੀ? ਇਹ ਕੀ ਹੈ ਜੀ ਕਾਲ ਸੀ ਜਿਹੜੀ ਮੈਂ ਉਸ ਗੱਲ ਦੇ ਉੱਤੇ ਆਣਾ। ਕਾਲ ਇਹ ਸੀ ਵੀ 2 ਸੈਕਟਰ ਮਰ ਚੁੱਕੇ ਸੀ, ਇਹਨਾਂ ਨੇ ਚੂਸ ਲਏ ਸੀ, ਇਹ ਅਦਾਰਾ ਚੂਸ ਲਿਆ ਸੀ ਇਹਨਾਂ ਨੇ, ਜੋਂਕਵਾਂ ਸਾਰਾ ਕੱਢ ਲਿਆ ਸੀ ਇਹਦੇ ਚੋਂ, ਪਬਲਿਕ ਸੈਕਟਰ PSUs ਤੋਂ ਕੱਢ ਲਿਆ ਸੀ। ਇਹਨਾਂ ਨੂੰ ਇਹ ਇਨਫੋਰਮੇਸ਼ਨ ਸੀ ਔਰ ਥੋਕ ਕੇ ਇਨਫੋਰਮੇਸ਼ਨ ਸੀ, ਕਿਉਂਕਿ ਸਾਰਾ ਕੁਝ ਸਰਕਾਰੀ ਅਦਾਰਾ ਹੀ ਇਹਨਾਂ ਦੇ ਅੰਡਰ ਹੈ, ਨੀਤੀਆਂ ਇਹ ਬਣਾਉਂਦੇ ਨੇ। ਇਹਨਾਂ ਨੂੰ ਇਨਫੋਰਮੇਸ਼ਨ ਸੀ ਜਦੋਂ ਇਸ ਦੇਸ਼ ਦੇ ਵਿੱਚ ਕਰੋਨਾ ਵਾਇਰਸ ਅੱਤ ਦੇ ਉੱਤੇ ਸੀ, ਹਰ ਚੀਜ਼ ਡਿੱਗ ਰਹੀ ਸੀ, ਦੇਸ਼ ਦੀ GDP 23% ਡਿੱਗ ਰਹੀ ਸੀ ਬੇਟਾ, 23%, ਮਤਲਬ ਆਲ ਟਾਈਮ ਹਾਈ, ਇਨਫਲੇਸ਼ਨ ਤੜਾਤੜ ਵੱਧ ਰਹੀ ਸੀ। ਉਦੋਂ ਇਸ ਦੇਸ਼ ਦੇ ਐਗਰੀਕਲਚਰ ਐਕਸਪੋਰਟ 24% ਵੱਧ ਰਹੇ ਸੀ। ਫਸਟ ਕੁਆਰਟਰ, ਸੈਕੰਡ ਕੁਆਰਟਰ ਦੇ ਵਿੱਚ 24% ਇਸ ਦੇਸ਼ ਦੇ ਐਗਰੀਕਲਚਰ ਐਕਸਪੋਰਟ ਵੱਧ ਰਹੇ ਸੀ। ਪਹਿਲੇ ਕੁਆਰਟਰ ਦੇ ਵਿੱਚ ਇਸ ਦੇਸ਼ ਨੇ ਐਗਰੀਕਲਚਰ ਦੇ ਵਿੱਚ 3.5 ਦੇ ਉੱਤੇ ਤਰੱਕੀ ਕੀਤੀ, ਦੂਜੇ ਕੁਆਰਟਰ ਦੇ ਵਿੱਚ 7.5। ਕਿਉਂ ਵੀ ਇਕਨੋਮਿਸਟ 7 ਕਿੰਨੀ ਇਸੇ ਕਰਕੇ ਤੁਹਾਨੂੰ ਫਿਗਰਾਂ 'ਚ ਮਸਤ ਹੈ, ਮੈਨੂੰ ਘਬਰਾਹਟ ਜੀ ਹੁੰਦੀ ਹੈ ਫਿਗਰਾਂ 'ਚ। ਮੈਂ ਗੱਲ ਦੀ ਜਿਸਤ ਕਰਦਾ, ਪਰ ਇਹ ਮੇਰਾ ਕੋਚ ਵੀ ਬਣਦਾ ਕਦੇ ਕਦੇ, ਮੈਂ ਤਾਂ ਬਹੁਤ ਸਿੱਖਦਾ। ਠੀਕ ਹੈ, ਗੱਲ ਸਮਝਦੇ ਹੋ? ਉਦੋਂ UN ਕਹਿੰਦਾ ਸੀ, ਯੂਨਾਈਟਿਡ ਨੇਸ਼ਨ, ਉਹ ਕਹਿੰਦਾ ਸੀ ਕਿ ਇਸ ਦੇਸ਼ ਦੇ ਵਿੱਚ ਕਰੋਨਾ ਤੋਂ ਬਾਅਦ ਫੂਡ ਦੀ ਸ਼ਾਰਟੇਜ ਆਊ। ਇਹ ਜਿਹੜਾ ਫੂਡ ਸਿਕਿਉਰਿਟੀ ਹੈ ਇਹਦਾ ਬਵਾਲ ਮਚੂ, ਤੇ ਇਹਨਾਂ ਨੇ ਤਾਂ ਉਹਦੇ 'ਚ ਕਹਿਤਾ ਸੀ ਰਿਟੇਲ ਅੰਬਾਨੀ ਨੂੰ ਤੇ ਅਡਾਨੀ ਦੇ ਸੀਲੋ ਪ੍ਰੋਕਿਉਰਮੈਂਟ ਸੈਂਟਰ ਬਣਨਗੇ, ਆੜਤੀ ਵੀਰ ਪਾਸੇ, ਠੀਕ ਨਹੀਂ? ਇਹਨਾਂ ਦਾ ਫੁੱਲ ਕੰਟਰੋਲ 2 ਬੰਦਿਆਂ ਦਾ, ਸਮਝਿਆ ਨਹੀਂ? ਤੇ ਪਿੱਛੋਂ ਕੋਈ ਇਹਨਾਂ ਨੂੰ ਟੀਂ ਟੁਣ ਕੇ ਮਾਰਦਾ, ਇਹ ਕਿਸੇ ਨੂੰ ਟੁਣ ਕੇ ਮਾਰਦੇ ਆ। ਠੀਕ ਹੈ, ਯੂ ਸਕ੍ਰੈਚ ਮਾਈ ਬੈਕ, ਆਈ ਸਕ੍ਰੈਚ ਯੋਰ ਬੈਕ। ਗੱਲ ਸਮਝਦੇ ਹੋ? ਇਹ ਇਸ ਕਰਕੇ ਇਹ ਹੈਂਡਓਵਰ ਦਾ ਇੱਕ ਪਲਾਨ, ਵੈਲ ਕ੍ਰਾਫਟਡ, ਵੈਲ ਡਿਜ਼ਾਈਨਡ, ਆਰਗੇਨਾਈਜ਼ਡ ਲੂਟ ਦਾ ਇਹ ਪਲਾਨ ਇਹ ਚੱਲ ਰਿਹਾ ਸੀ। ਹੁਣ ਇਹ ਪਲਾਨ ਦੇ ਉੱਤੇ ਧਿਆਨ ਨਾ ਆਵੇ, ਕਿਸੇ ਨੂੰ ਪਤਾ ਲੱਗੇ ਵੀ ਇਹ ਪਲਾਨ ਚੱਲਦਾ ਨਹੀਂ, ਇਸ ਕਰਕੇ ਤੂੰ ਐਂਟੀ ਨੈਸ਼ਨਲ, ਉਹ ਤੂੰ ਐਂਟੀ ਨੈਸ਼ਨਲ ਹੋਏ, ਉਹ ਫਲਾਨਾ ਹੋਏ, ਉਹ ਢਮਕਾਨਾ ਹੋਏ, ਹੈ? ਤੇ ਫਿਰ ਮੈਨੂੰ ਇਹ ਦੱਸਣ, ਮੈਂ ਪੁੱਛਦਾ, ਉਹ ਚੱਕ ਕਰਕੇ ਗੁਰੂ ਗੋਬਿੰਦ ਸਿੰਘ ਦਾ ਸਿੱਖ, ਉਹਦੇ ਪੈਰਾਂ ਦੀ ਧੂੜ, ਮੈਂ ਪੁੱਛਦਾ ਇਹ ਕਿੱਥੇ ਆ ਤੁਹਾਡਾ ਜਨ ਲੋਕਪਾਲ? ਕਿੱਥੇ ਹੈ? ਕਿੱਥੇ ਆ ਤੁਹਾਡਾ ਜਨ ਲੋਕਪਾਲ? ਕਾਹਦੇ ਬੁਨਿਆਦ ਦੇ ਉੱਤੇ ਤੁਸੀਂ ਆਏ ਸੀ? ਦੇਸ਼ ਦੀਆਂ ਬੁਨਿਆਦਾਂ ਹਲਾਈਆਂ, ਕਾਹਦੀ ਬੁਨਿਆਦ ਦੇ ਉੱਤੇ ਆਏ ਸੀ? ਉਹ ਤੁਸੀਂ ਕਹਿ ਕੇ ਆਏ ਸੀ ਨੇ ਕਰਪਸ਼ਨ ਦੂਰ ਕਰਾਂ, ਉਹਨੇ ਸਰਿਆਂ ਖੋਲ ਦੇਣੇ। ਜੇ ਕੋਈ ਇਮਾਨਦਾਰ ਹੁੰਦਾ
ਉਹਨਾਂ ਨੇ ਕਿਹਾ ਕਾਹਨੂੰ ਐਂ ਭੰਬਲ ਭੂਸੇ 'ਚ ਪਾਈ ਰੱਖੋ ਕਿ ਹੋਰੇ ਪਾਸੇ ਲਾਈ ਰੱਖੋ, ਦਿਖਾਓ ਕੁਛ ਕਰੋ ਕੁਛ। ਇਹ ਕਰਕੇ ਮੈਂ ਕਹਿੰਦਾ ਤੁਹਾਨੂੰ ਕਿ ਓਪੀਨੀਅਨ ਦੇਸ਼ ਦੇ ਲੋਕਾਂ ਦੇ ਜ਼ਰੂਰੀ ਨਹੀਂ ਵੀ ਫੈਕਟ ਨੇ, ਤੇ ਜੋ ਦਿਖਦਾ ਹੈ ਜ਼ਰੂਰੀ ਨਹੀਂ ਵੀ ਉਹ ਸੱਚ। ਇੱਕ ਮੂਮੈਂਟ ਦਿਖਾਈ ਜਾਂਦੇ ਆ ਤੇ 4-5 ਮਹੀਨੇ ਘੁਮਾ ਦਿੰਦੇ ਉਹਨਾਂ ਕਿਸਾਨਾਂ ਦਾ ਉਹ ਬਲੀਦਾਨ ਹੈ। 100 ਪਤਾ ਨਹੀਂ ਕਿੰਨੇ ਲੋਕ ਸ਼ਹੀਦ, ਜੂ ਰਹਿੰਦੀ ਹੈ 157 ਬੇਟਾ ਹੈ। ਕਦੇ ਆਏ ਹੈ, ਕਦੇ ਦੇਖਿਆ ਹੈ? ਮੈਂ ਤੁਹਾਨੂੰ ਕਹਿੰਦਾ ਕਿ ਜਿਹੜੀਆਂ ਫੋਟੋਆਂ ਵਾਇਰਲ ਹੁੰਦੀਆਂ ਨਾ, ਇਹ ਮੈਨੂੰ ਦਿਖਾਉਂਦਾ ਹੁੰਦਾ ਇਕਨੋਮਿਸਟ ਹੈ, ਉਹ ਜਿਹੜੀਆਂ ਫੋਟੋਆਂ ਵਾਇਰਲ ਹੋਈਆਂ ਪ੍ਰਧਾਨ ਸਾਹਿਬ ਨਾਲ, ਇਹਨਾਂ ਦੇ ਉੱਚੇ ਲੋਕਾਂ ਦੇ ਨਾਲ, ਵੱਡੇ ਲੋਕਾਂ ਦੇ ਨਾਲ, ਜਿਨ੍ਹਾਂ ਨੂੰ ਇਹਨਾਂ ਨੇ ਇੱਥੇ ਕੜੀ ਚ ਕੋਲਾ ਪਾਉਣ ਨੂੰ, ਰੰਗ ਚ ਭੰਗ ਪਾਉਣ ਨੂੰ, ਜੇ ਕਿਤੇ ਉਹ ਕਿਸੇ ਹੋਰ ਪਾਰਟੀ ਨਾਲ ਖੜਾ ਦਿਖਾ ਦਿੰਦੇ ਨਾ, ਇਹਨਾਂ ਨੇ ਬੰਬ ਕੱਢ ਦੇਣੇ, ਬੀਜ ਦੇਣਾ ਸੀ ਇਹਨਾਂ ਨੇ। ਪਰ ਉਹਦੇ ਤੇ ਧਿਆਨ ਹੈਗਾ ਨਾ, ਨਾ ਤੁਹਾਨੂੰ ਕੀ ਹੈ ਨਾ, ਧਿਆਨ ਭਟਕਾਉਂਦੇ। ਬਸ ਹੁਣ ਆ ਜਾਓ ਆਪਾਂ ਵਾਪਸ ਮਿੱਤਰ ਪਿਆਰੇ ਬੋਰਾ। ਇੱਕ ਗੱਲ ਹੋਰ ਹੈ, ਮੈਂ ਕਿਹਾ ਠੋ ਜਿਹੜੀ ਤੁਸੀਂ ਗੱਲ ਕੀਤੀ ਸੀਗੀ ਉਹਨੇ ਕਿ ਇੰਡੀਅਨ ਐਗਰੀਕਲਚਰ ਦਾ ਬੂਮ ਆਇਆ ਸੀਗਾ 24% ਦਾ। ਇਹਦੇ ਪਿੱਛੇ ਆਪਾਂ ਨੂੰ ਇੱਕ ਚੀਜ਼ ਹੋਰ ਦੇਖਣੀ ਚਾਹੀਦੀ ਹੈ ਕਿ ਇਹਦੀ ਬੈਕਬੋਨ ਕੀ ਸੀਗੀ। ਵੀਟ ਤੇ ਰਾਈਸ ਸਭ ਤੋਂ ਜ਼ਿਆਦਾ ਕੰਜ਼ਿਊਮ ਹੁੰਦੇ ਆ। ਪੰਜਾਬ ਦੀ ਜਿੰਨੀ ਗਰੋਥ ਸੀਗੀ, ਰਿਕਾਰਡ ਗਰੋਥ ਸੀਗੀ, ਤੇ ਜਿਹੜੀ ਸਟੇਟ ਗਵਰਨਮੈਂਟ ਦੀ APMC ਮੰਡੀਆਂ ਜਿਹੜੀ ਆਪਾਂ ਕਹਿੰਦੇ ਖਰਾਬ ਨੇ, ਵਾਇਆ APMC ਮੰਡੀਆਂ ਰਿਕਾਰਡ ਸੈੱਟ ਕੀਤਾ ਸੀਗਾ ਕਿ ਇੰਨਾ ਆਪਾਂ ਅਨਾਜ ਇਕੱਠਾ ਕੀਤਾ ਤੇ ਡਿਸਟ੍ਰੀਬਿਊਟ ਕੀਤਾ। ਇਹ ਚੀਜ਼ ਓਵਰਲੁੱਕ ਹੁੰਦੀ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ, ਪਰ ਇਹ ਮੈਰਿਟ ਕਿੱਥੇ ਆਨਰ ਕਰਦੇ ਆ ਇਹ ਭਾਈ? ਜੇ ਤੁਸੀਂ ਜੋ ਕੁਝ ਇਹਨਾਂ ਨੇ ਅਨਾਉਂਸ ਕੀਤਾ ਉਹ ਪਹਿਲਾਂ ਚੱਲਦਾ ਨਹੀਂ ਸੀ? ਸਭ ਕੁਝ ਚੱਲਦਾ ਸੀ ਪਹਿਲਾਂ। ਜੇ ਤੁਸੀਂ APMC ਦੀਆਂ ਮੰਡੀਆਂ ਦੇ ਨਾਲ ਇੰਨਾ ਹੀ ਸਰੋਕਾਰ ਰੱਖਦੇ ਸੀ, ਫਿਰ ਤੁਸੀਂ ਸਟੇਟ ਦਾ ਰੈਵਨਿਊ ਕਿਉਂ ਮਾਰਨਾ ਸੀ ਹੈ? ਫਿਰ ਤੁਸੀਂ ਆੜਤੀ ਵੀਰਾਂ ਦਾ ਕਿਉਂ ਮਾਰਨਾ ਸੀ? ਫਿਰ ਤੁਸੀਂ ਕਿਸਾਨ ਨੂੰ ਸਭ ਤੋਂ ਵੱਡਾ ਫਾਇਦਾ ਤੇ ਸਰਕਾਰੀ ਪ੍ਰੋਕਿਉਰਮੈਂਟ ਦਾ ਹੈ। ਭਾਈ ਜੇ ਤੁਹਾਨੂੰ ਐਡਾ ਹੀ ਸੀ ਵੀ ਕੰਪੀਟੀਸ਼ਨ ਤੁਸੀਂ ਜੈਨੂਇਨਲੀ ਕ੍ਰੀਏਟ ਕਰਾਉਣਾ ਹੈ, ਤੇ ਤੁਸੀਂ ਜਿਹੜੇ ਇਹ ਅੰਬਾਨੀ ਅਡਾਨੀ ਨੇ ਇਹਨਾਂ ਨੂੰ ਲਿਆ ਕੇ APMC ਮੰਡੀਆਂ ਕਿਹੜਾ ਕਰਦੇ? ਬੈਟਰ ਰੇਟ ਹੈ ਤੇ ਚੱਕ ਲੈਂਦਾ ਉਹ ਬੈਟਰ ਰੇਟ ਹੈ, ਚੱਕ ਲੈਂਦਾ। ਪਿਛਲੇ ਸਾਲ हैं? सही गल। देखो क्या आते जाते हुए मैं सब पे नजर रखता हूँ, नाम सिद्धू है मेरा, सब की खबर रखता हूँ। क्यों लवली ना गल कुंडी है। IMF ਨੇ ਕਿਹਾ ਹੈ ਕਿ ਫਾਰਮਰਸ ਨੂੰ ਲਾਜ਼ ਦੀ ਚੇਂਜ ਆਣੇ ਚਾਹੀਦੇ ਨੇ, ਬਟ ਉਹਦੇ ਨਾਲ ਸੋਸ਼ਲ ਸਿਕਿਉਰਿਟੀ ਵੀ ਚਾਹੀਦੀ ਉਹਨਾਂ ਨੂੰ। बेटा सोशल सिक्योरिटी बनानी ਨੂੰ MSP ਮੈਕਸਿਮਮ ਸਪੋਰਟ ਪ੍ਰਾਈਸ, ਇੱਥੇ ਮਿਨੀਮਮ ਸਪੋਰਟ ਪ੍ਰਾਈਸ ਕਾਨੂੰਨ 'ਚ ਹੀ ਨਹੀਂ। ਤਈਆਂ ਜੋ 2 ਦੇ ਉੱਤੇ ਦਿੰਦੇ ਆ ਬੇਟਾ, ਮੈਂ ਤੁਹਾਨੂੰ ਫੇਰ ਕਹਿ ਰਿਹਾ ਕਿ ਉਹ ਅਦਾਰੇ ਕਿੱਦਾਂ ਮਾਰੇ ਆ, ਸਮਝ ਨਹੀਂ? ਆਈ ਟੇਕ ਯੋਰ ਕੁਐਸਚਨ ਆਫਟਰ ਦੈਟ। ਠੀਕ ਹੈ, ਅੱਗੇ ਆ ਜਾਓ। LIC ਸਭ ਤੋਂ ਵੱਡਾ ਅਦਾਰਾ, ਸਭ ਤੋਂ ਵੱਡੇ ਐਸੈਟਸ, 67% ਹਿੰਦੁਸਤਾਨੀ ਉਹਨਾਂ ਦੇ ਵਿੰਗਸ ਦੇ ਥੱਲੇ 24 ਕਰੋੜ ਨੂੰ ਸਰਵਿਸ ਪ੍ਰੋਵਾਈਡ ਕਰਦੇ ਆ, ਸਮਝੋ। ਉਹ LIC ਨੂੰ ਹੁਣ ਇਹਨਾਂ ਦੀ ਅੱਖ ਜਿਹੜੀ ਹੈ ਉਹ LIC ਤੇ ਆ ਵੀ ਭਾਈ ਹੁਣ ਇਹਨੂੰ IPO ਆ ਰਹੇ ਨੇ। ਹਾਂ IPO ਨੰਬਰ 3 ਪਲਾਨ ਹੈ। ਐ ਸ਼ਾਬਾਸ਼ ਓਏ, ਅਖਬਾਰ ਨੂੰ ਪੜਦਾ ਲੱਗਦਾ ਤੂੰ ਪੂਰਾ ਟਿਕਾ ਕੇ, ਫਿਰ ਅਖਬਾਰਾਂ ਨੂੰ ਪੂਰਾ ਇਹਨਾਂ ਦੇਖਿਆ ਕਰ, ਮਤਲਬ ਆਪਦੀ ਵੀ ਓਪੀਨੀਅਨ ਤੇਰੀ ਹੋਣੀ ਚਾਹੀਦੀ। ਸ਼ਾਬਾਸ਼, ਵੈਲ ਡਨ। ਸੁਣੋ ਪਹਿਲਾਂ ਕਿਦਾਂ ਮਾਰੇ ਇਹਨਾਂ ਨੇ ਇਸ ਵੱਡੀ ਸੰਸਥਾ ਨੂੰ, ਪਹਿਲਾਂ ਕਿਦਾਂ ਮਾਰੇ। ਔਰ ਇਹ ਉਹ ਸੰਸਥਾ ਹੈ ਬੇਟਾ ਜਿਹੜੀ 1 ਸਾਲ ਦੇ ਵਿੱਚ 3,57,000 ਕਰੋੜ ਰੁਪਈਆ ਪ੍ਰੀਮੀਅਮ, ਪਰ ਇਹ ਕੰਪੀਟੀਸ਼ਨ ਚ ਕਿਹਦੇ ਨਾਲ? ਇਹ ਪਿਛਲੀ ਵਾਰ ਬੀਮੇ ਕਿ ਨਹੀਂ ਕੀਤੇ, ਸਟੇਟਾਂ ਨੇ ਨਹੀਂ ਕੀਤੇ। ਪਿਛਲੀ ਵਾਰ ਬੀਮੇ ਕਿ ਨਹੀਂ ਕੀਤੇ ਨੇ? ਰਿਲਾਇੰਸ ਹੈ ਜੀ, ਬਿਰਲੇ ਟਾਟੇ। ਪਹਿਲਾਂ ਤਾਂ ਸਟੇਟ ਜਿਹੜੀ ਇੰਸ਼ੋਰੈਂਸ ਕਰਦੀ ਸੀ ਉਹਦੇ 'ਚ ਉਹ ਕਲੇਮ ਜ਼ਿਆਦਾ ਦਿੰਦੇ ਸੀ। ਸਾਨੂੰ ਸੀ ਹੁੰਦਾ ਸੀ ਜਿੰਨਾ ਕਲੇਮ ਹੁੰਦਾ ਸੀਗਾ ਉਹ ਪ੍ਰੀਮੀਅਮ ਨਾਲੋਂ ਕਿਤੇ ਜ਼ਿਆਦਾ ਹੁੰਦਾ ਸੀ। ਇਹਨਾਂ ਨੇ ਪ੍ਰੀਮੀਅਮ ਕੀਤਾ 46,000 ਕਰੋੜ ਦਾ ਤੇ ਕਲੇਮ ਦਿੱਤਾ 31,000 ਕਰੋੜ, 16,000 ਕਰੋੜ ਸਿੱਧਾ ਹੀ ਜੇਬ 'ਚ। ਇੱਕ ਡਿਸਟ੍ਰਿਕਟ ਸੌਰਾਸ਼ਟਰ ਦੇ ਵਿੱਚ ਰਿਲਾਇੰਸ ਨੇ 143 ਕਰੋੜ ਰੁਪਈਆ ਕਮਾਇਆ ਇੱਕ ਡਿਸਟ੍ਰਿਕਟ ਦੇ ਵਿੱਚ। ਕਿੱਦਾਂ ਮਾਰੀ, ਕਿੱਦਾਂ ਮਾਰੀ ਭਾਈ? ਸੁਣੋ, ਉਹਨੂੰ ਕਹਿੰਦੇ ਤੂੰ ਇਹਨੂੰ ਲੋਨ ਦੇ ਬਈ, ਜਿਹੜੇ ਬੈਂਕ ਤੋਂ PNB ਚੌਕਸੀ ਨੇ ਪੈਸੇ ਕੱਢੇ ਤੇ ਫਰਾਰ ਹੋ ਗਏ ਮਿਲੀ ਭੁਗਤ ਨਾਲ। ਕਿਸੇ ਕਿਸਾਨ ਨੂੰ ਦਿੰਦੇ, ਤੁਹਾਨੂੰ ਦਿੰਦੇ? ਛੋਟਾ ਕੁੜਕੀ ਕਰਦੇ ਚੌਕਸੀ ਨੂੰ, ਤੇ ਉਹ ਦੂਜਾ ਜਿਹੜਾ ਸੀਗਾ ਨੀਰਵ ਮੋਦੀ,
ਉਹ ਜਿਹੜਾ ਭੱਜਿਆ ਸੀ, ਜਿਹੜਾ ਸਿੱਧਾ ਡਾਈਵੋਰਸ ਭੱਜਿਆ ਸੀ, ਹੈ ਕਿ ਨਹੀਂ, ਉਹਨੂੰ ਜਦੋਂ ਉਹਦੇ ਪੈਸੇ ਨਿਕਲੇ ਤੇ ਇਹ LIC ਨੂੰ ਕੀ ਕਹਿੰਦੇ, ਦੇ ਬੈਂਕ ਤੂੰ ਚਲਾ, PNB ਨੂੰ ਪੈਸੇ ਉਹ ਲੁੱਟਣ, ਲੋਕਾਂ ਦੇ ਕਮਾਏ ਹੋਏ ਪੈਸੇ ਉਹ ਲੁੱਟਣ ਤੇ ਭਰੇ NTPC। ਠੀਕ ਹੈ ਜੀ। ਜਿੰਨੀਆਂ ਕੰਪਨੀਆਂ ਮਰ ਰਹੀਆਂ ਨੇ ਪਹਿਲਾਂ ਇਹੀ LIC 50-60 ਸਾਲ ਦੇ ਵਿੱਚ, ਤੇ ਸਾਹਿਬ ਨੂੰ ਹੁਣ ਛੱਡੀ ਹੈ 2014 ਤੱਕ, ਇਹ 10 ਲੱਖ ਕਰੋੜ ਦੀ ਇਨਵੈਸਟਮੈਂਟ ਕਰਦੀ ਸੀ, 10 ਜਾਂ 11 ਲੱਖ ਕਰੋੜ। ਠੀਕ ਹੈ। ਇਹਨਾਂ ਨੇ 10 ਲੱਖ ਕਰੋੜ 5-6 ਸਾਲਾਂ ਚ ਕਰਤੀ, ਜੋ 60 ਸਾਲ ਚ ਹੋਇਆ ਇਹਨਾਂ ਨੇ 6 ਸਾਲਾਂ ਦੇ ਵਿੱਚ ਬਿੜਾ ਹੋਇਆ। ਇਹਨਾਂ ਨੇ ਉਹਨੂੰ 22 ਲੱਖ ਕਰੋੜ ਕਰਤਾ, 22 ਲੱਖ। ਕਿੱਦਾਂ ਆਦੇ ਬਾਈ PNB ਦੇ NTPC ਡੁੱਬ ਰਹੀ ਹੈ, ਇਹਨੂੰ ਦੇ, SBI ਹੈ ਇਹਨੂੰ ਦੇ, ਉੱਥੋਂ ਮਾਫ ਕਰਾਤਾ, ਇਹਨੂੰ ਕਹਿ ਦੇ। ਦੋ ਵੱਡੀਆਂ ਇੰਸ਼ੋਰੈਂਸ ਕੰਪਨੀਆਂ, ਜਨਰਲ ਇੰਸ਼ੋਰੈਂਸ ਕੰਪਨੀ, ਨੈਸ਼ਨਲ ਇੰਸ਼ੋਰੈਂਸ ਕੰਪਨੀ, ਜਨਰਲ ਇੰਸ਼ੋਰੈਂਸ ਕੰਪਨੀ ਨੂੰ 5100 ਕਰੋੜ ਰੁਪਏ ਦਵਾਇਆ LIC ਤੋਂ, ਤੇ ਉਹ ਕੁਛ ਹੀ ਦੇਰ ਦੇ ਵਿੱਚ 3000 ਕਰੋੜ ਰੁਪਏ ਰਹਿ ਗਿਆ, 2100 ਕਰੋੜ ਦਾ ਸਿੱਧਾ ਹੀ ਘਾਟਾ ਟੱਕ। ਫਿਰ ਨੈਸ਼ਨਲ ਇੰਸ਼ੋਰੈਂਸ ਕੰਪਨੀ, ਉਹਨੂੰ ਦਵਾਇਆ 5700 ਕਰੋੜ। ਠੀਕ ਹੈ ਜੀ। ਤੇ ਰਹਿ ਗਿਆ ਕਿੰਨਾ, 700 ਕਰੋੜ, 750 ਫਿਗਰ ਦੇ New India। ਠੀਕ ਹੈ ਨਹੀਂ, ਨਿਊ ਇੰਡੀਆ ਇੰਸ਼ੋਰੈਂਸ, ਨਿਊ ਇੰਡੀਆ ਇੰਸ਼ੋਰੈਂਸ। ਠੀਕ ਹੈ ਜੀ। ਫਿਰ ਇਹਨਾਂ ਨੇ ਹਾਲ, ਜਿਹਨੂੰ ਅੰਬਾਨੀ ਸਾਹਿਬ ਨੇ ਮਾਰਿਆ, ਜਿਹੜੀ ਕਿ ਸਾਇੰਟਿਸਟ ਬੈਠੇ ਆ ਹਿੰਦੁਸਤਾਨ ਦੇ, ਜਿਹੜੀ ਡਿਫੈਂਸ ਦੀ ਸਭ ਤੋਂ ਵੱਡੀ ਕੰਪਨੀ ਸਾਡੀ, ਜਿਹਨੂੰ ਤਨਖਾਹ ਦੇਣ ਨੂੰ ਪੈਸੇ ਨਹੀਂ, ਉਹਨੂੰ 250 ਕਰੋੜ ਦਵਾਇਆ LIC ਤੋਂ, 250 ਕਰੋੜ, ਉਹ ਰਹਿ ਗਿਆ 1800। ਹੁਣ ਮੈਂ ਇਹਦੇ ਵਾਲੇ ਤੇ ਆਉਂਗਾ, ਪਰ ਵਿੱਚ ਇੱਕ ਵਧੀਆ ਚੀਜ਼ ਫਸਾਉਂ। ਉਹ ਕੀ ਹੈ, ਇਹਨਾਂ ਨੇ IDBI ਬੈਂਕ ਦੇ 51% ਸ਼ੇਅਰ ਖਰੀਦਵਾਏ LIC ਤੋਂ, 21000 ਕਰੋੜ ਦੇ, ਉਹ 10000 ਕਰੋੜ ਦੇ ਰਹੇ। ਦੇਖੋ ਕਿਤੇ ਖੁੱਲੀਆਂ ਨੇ ਇਹ ਗੱਲਾਂ। 21000 ਕਰੋੜ ਰੁਪਏ ਦੇ IPO ਤਾਂ ਬਾਅਦ ਦੀ ਗੱਲ ਹੈ, ਉਹਦੇ ਸ਼ੇਅਰ ਖਰੀਦਵਾਏ, ਉਹ ਰਹਿ ਗਏ 10000 ਕਰੋੜ ਰੁਪਏ ਦੇ, ਤੇ 30000 ਕਰੋੜ ਰੁਪਏ ਦੇ NPA ਹੋ ਗਏ LIC ਦੇ, ਜਿਹੜੀ ਪ੍ਰੋਫਿਟ ਦੇ ਵਿੱਚ ਕੰਪਨੀ ਕਦੇ ਡੁੱਬੀ ਨਹੀਂ ਸੀ। 30000 ਕਰੋੜ ਰੁਪਏ ਦੇ NPA ਕੌਣ ਲੈ ਕੇ ਭੱਜ ਗਏ ਭਾਈ? ਇਹਨਾਂ ਦੇ ਬਲੂ ਆਈਡ ਬॉयਜ਼। ਕੌਣ ਨੇ ਉਹ? ਮੈਂ ਗੈਮਨ, ਆਲੋਕ ਇੰਡਸਟਰੀ 30000 ਕਰੋੜ ਚ ਡੁੱਬੀ ਹੋਈ ਸੀ, ਇਹਨੇ 200 ਕਰੋੜ ਖਰੀਦੀ। ਬੈਂਕ ਦੇ ਲੋਨ ਦਵੇ SBI, ਇਹ ਦਵੇ ਸਿਰਫ 200 ਕਰੋੜ ਤੇ 30000 ਕਰੋੜ ਦੇ ਐਸੈਟ ਲਵੇ, ਫਿਰ ਉੱਥੇ PP ਕਿੱਤਾ ਬਣਾਵੇ ਰਿਲਾਇੰਸ ਨੇ, ਤੇ ਉੱਥੇ ਪ੍ਰੋਫਿਟ ਚੱਲ ਜਾਏ। ਗੈਮਨ, ਵੀਡੀਓਕੌਨ, ਰਾਈਟ, ਈਸਾ ਗੁਜਰਾਤ ਦੀ, ਈਸਾ, ਇਹ ਸਭ ਕੰਪਨੀਆਂ ਜਿਹੜੀਆਂ ਲੈ ਕੇ ਫਰਾਰ ਹੋ ਜਾਂਦੀਆਂ। ਇਹ ਕਿਵੇਂ ਹੋ ਜਾਂਦੀਆਂ ਭਾਈ? ਬਾਕੀਆਂ ਤਾਂ ਅਖਬਾਰ 'ਚ ਰੋਜ਼ ਕੁਲਕੀ ਹੋਣੀ, ਇਹ ਕਿਵੇਂ ਹੋ ਜਾਂਦੀ? ਕੋਈ ਸਮਝਾਵੇ। ਹੁਣ ਆ ਗਿਆ ਬੋਰਾਜ ਵਾਲੀ ਗੱਲ, ਸਮਝਿਆ ਨਹੀਂ? ਉਹ ਕੀ ਹੈ? ਇਹਨਾਂ ਨੇ ਇਹ ਕਿਹਾ ਵੀ ਹੁਣ ਨਾ LIC ਨੂੰ ਵੇਚੋ, ਪਾਰਟਸ ਦੇ ਵਿੱਚ ਥੋੜੇ ਪਾਰਟ ਕਰਕੇ ਇਹਦਾ ਪੈਸਾ ਕੱਢੋ, ਕਿਉਂਕਿ ਫਿਸਕਲ ਡਿਫਿਸਿਟ ਵੱਧ ਰਿਹਾ। ਫਿਸਕਲ ਡਿਫਿਸਿਟ ਹਿੰਦੁਸਤਾਨ 'ਚ ਵੱਧ ਰਿਹਾ, ਇਹਨਾਂ ਦੀ ਰੋਜ਼ ਬਦਨਾਮੀ ਹੁੰਦੀ ਹੈ, ਉਹ ਇਕਨੋਮੀ ਤੇ ਤਾਂ ਆਉਂਦੇ ਹੀ ਨਹੀਂ। ਰੋਜ਼ ਵਾਈਟ ਕਾਲਰਡ ਜੌਬਸ 2-2 ਕਰੋੜ ਹਰ ਸਾਲ ਉਤਰਦੇ ਆ, ਫਾਰਮਲ ਇਕਨੋਮੀ ਮਰੀ ਪਈ ਹੈ, ਉੱਥੇ ਤੇ ਆਉਂਦੇ ਹੀ ਨਹੀਂ। ਮਜ਼ਦੂਰ ਮਰ ਰਿਹਾ, ਕਿਸਾਨ ਮਰ ਰਿਹਾ, ਉੱਥੇ ਤੇ ਆਉਂਦੇ ਹੀ। ਇਹਨਾਂ ਨੇ ਕਿਹਾ ਜੀ 10% ਦਾ IPO ਕੱਢੋ LIC, ਠੀਕ ਹੈ, 90000 ਕਰੋੜ ਨਿਕਲ ਜਾਣਗੇ, ਔਰ ਉਹ 90000 ਕਰੋੜ ਰੁਪਏ ਦੇ ਨਾਲ ਜਿਹੜਾ ਫਿਸਕਲ ਡੈਫਿਸਿਟ ਹੈ ਉਹਨੂੰ ਸੈੱਟ ਕਰ ਮਾਰ ਦੇਣ। ਹੁਣ ਆਖੇ ਦੇ ਤੇ ਜਿੱਦਾਂ BSNL ਦਾ ਇਨਫਰਾਸਟ੍ਰਕਚਰ ਸੀ ਨਾ 5 ਲੱਖ ਕਰੋੜ ਦਾ, 6 ਲੱਖ ਕਰੋੜ ਦਾ, ਉਹਨੂੰ ਵੀ ਐਂ ਚੁਕਾਉਣਾ। But sir, it are essential services ho gaya na. When we are talking about the fact that a business is to do business, it's profit generation. But at the same time, when we talk about a company like BSNL, which is such a big superstructure, and it's governed by taxpayers' money for the past 60 years, right? So now, if you are giving those companies, those essential service companies, to these oligarchs, they're going to destroy these companies. ਤੁਸੀਂ ਬਾਰਡਰ ਤੇ ਕਸ਼ਮੀਰ ਤੇ ਅਰੁਣਾਚਲ ਜਦੋਂ ਨੈਟਵਰਕ ਭੇਜਣਾ ਇਹ ਕੁੜੀ ਕਹਿ ਰਹੀ ਤੇ ਉੱਥੇ ਹੈ BSNL ਕਰਦਾ। ਹਾਂਜੀ, ਤੁਸੀਂ ਖਤਰਨਾਕ ਕਹਿ ਰਹੇ ਹੋ। ਅਮਰਨਾਥ ਤੱਕ ਤਾਂ ਤੁਸੀਂ ਦੇਖੋ ਕਿਤੇ ਵੀ ਬਾਰਡਰ ਤੇ Government ਜਿੱਥੇ jobs ਦਾ ਕੀ ਬਣੂਗਾ? BSNL ਕਰਦਾ।
ਗਵਰਨਮੈਂਟ ਜੌਬਸ ਦਾ ਕੀ ਬਣੂਗਾ ਜਿਹਦੇ ਅੰਦਰ ਔਮਨ ਦੀ ਰਿਜ਼ਰਵੇਸ਼ਨ ਹੋਗੀ, ਜਿਹੜੇ ਕੋਟਾ ਰਿਜ਼ਰਵ ਕੋਟਾਸ ਹੋਗੇ, ਉਹਨਾਂ ਦਾ ਕੀ ਬਣੂਗਾ? ਬੇਟਾ ਇਹਨਾਂ ਚੋਂ ਕਿਸੇ ਇੱਕ ਚੀਜ਼ ਦਾ ਵੀ ਕਦੇ ਜਵਾਬ ਦਿੱਤਾ ਹੈ? ਪ੍ਰੈਸ ਕਾਨਫਰੰਸ ਕਿਸੇ ਪਾਸੇ ਕਿਤੇ ਕਿਸੇ ਨੂੰ ਜਵਾਬਦੇਹੀ ਹੈ? ਲੋਕਾਂ ਦੀ ਸਰਕਾਰ ਲੋਕਾਂ ਵਾਸਤੇ ਹੁੰਦੀ ਹੈ, ਲੋਕਾਂ ਨੂੰ ਜਵਾਬਦੇਹੀ ਹੁੰਦੀ ਹੈ। ਇਹ ਕਿਹਨੂੰ ਜਵਾਬਦੇਹੀ ਨੇ? 2 ਬੰਦਿਆਂ ਨੂੰ, 4-5 ਬੰਦਿਆਂ ਨੂੰ। ਅਸੀਂ ਇਹਨਾਂ ਨੇ ਜਿਹੜੀ ਗੱਲ ਕੀਤੀ ਬੜੀ ਇੰਟਰਸਟਿੰਗ ਹੈ ਕਿ ਇਹਨਾਂ ਦਾ ਇੱਕ ਪਲਾਨ ਆਇਆ ਸੀ 2019 ਦੀ ਇਲੈਕਸ਼ਨ ਤੋਂ ਪਹਿਲਾਂ ਕਿ ਅਸੀਂ ਅਪਰ ਕਾਸਟ ਵਿੱਚ EWS ਫੈਮਿਲੀਜ਼ ਨੂੰ ਰਿਜ਼ਰਵੇਸ਼ਨ ਦੇਵਾਂਗੇ, ਤੇ ਉਹਨਾਂ ਨੇ ਪਲਾਨ ਚਲਾ ਕੇ ਇਲੈਕਸ਼ਨ ਵੀ ਲੜੀ। ਪਰ ਜੇ ਤੁਸੀਂ ਐਕਚੁਅਲੀ ਆ ਕੇ ਨੰਬਰਸ ਦੇਖੋ ਕਿ ਮਿਲੀਆਂ ਕਿੰਨੀਆਂ ਲੋਕਾਂ ਨੂੰ, ਪੂਰੇ ਦੇਸ਼ ਵਿੱਚ ਪਾਰਲੀਮੈਂਟ ਨੇ ਕਾਨੂੰਨ ਪਾਸ ਕੀਤਾ ਕਿ ਅਸੀਂ ਅਪਰ ਕਾਸਟ ਨੂੰ ਮਦਦ ਕਰਨਾ ਸੀ, EWS ਕੋਟਾ ਦੇਵਾਂਗੇ, ਕਿਉਂਕਿ ਇੱਕ ਕਾਸਟ ਬੇਸਡ ਅਪਰ ਕਾਸਟ ਵੋਟ ਚ ਕਚਨਾ ਜਾਂਦੇ ਸੀਗਾ। ਐਬਸੋਲੂਟਲੀ ਕੁੱਲ ਦੇਸ਼ ਦੇ ਅੰਦਰ ਹੈ ਤੇ 1500 ਲੋਕਾਂ ਨੂੰ ਨੌਕਰੀ ਮਿਲੀ ਉਸ ਸਕੀਮ ਤੋਂ। ਉਹ ਬੇਟਾ ਇੱਕ ਪੁਰਾਣ ਗਾਣਾ ਗਾਉਂਦਾ ਹੁੰਦਾ ਸੀ, ਮੈਂ ਦੇਸ਼ ਕੀ ਧਰਤੀ ਵਾਲੀ ਫਿਲਮ ਦੇਖੀ, ਮੈਨੂੰ ਉਹਦਾ ਨਾਂ ਯਾਦ ਨਹੀਂ ਹੈ। ਉਹ ਕਹਿੰਦਾ ਹੁੰਦਾ ਸੀਗਾ, ਕਸਮੇ ਵਾਦੇ ਪਿਆਰ ਵਫਾ ਸੇ ਬਾतें हैं बातों का क्या। ਗੱਲਾਂ ਨੇ, ਗੱਲਾਂ 'ਚ ਹੀ ਰੁਲ ਗਿਆ ਸਾਰਾ ਕੁਝ। ਹੈ ਕਹਿੰਨੇ ਕੀਤਾ ਕੀ ਕਿਸੇ ਵਾਸਤੇ? ਕੀ ਸਰਕਾਰਾਂ 0.1% ਲੋਕਾਂ ਨੂੰ ਵੇਖਦੀਆਂ ਹੁੰਦੀਆਂ ਜਾਂ 99% ਹਿੰਦੁਸਤਾਨ ਦੇ ਲਈ ਕੰਮ ਕਰਦੀਆਂ ਹੁੰਦੀਆਂ? ਕਿਹਦੇ ਵਾਸਤੇ? ਇਹ ਸਵਾਲ ਹੈ। ਔਰ ਇਹਦੇ ਲਈ ਕਿਸਾਨ ਲੜ ਰਿਹਾ। ਸਹੀ ਗੱਲ ਸਰ। ਇਹਦੇ ਲਈ ਕਿਸਾਨ ਲੜ ਰਿਹਾ ਹੈ ਕਿ ਨਾ ਸੋਚੋ ਨਾ ਬਿਲਕੁਲ। ਇਸ ਕਰਕੇ ਮੈਨੂੰ ਇਸ ਗੱਲ ਦਾ ਵਿਸ਼ਵਾਸ ਹੈ, ਅਟੂਟ ਵਿਸ਼ਵਾਸ ਹੈ, ਧੜਕਣ ਹੈ ਮੇਰੀ, ਮੈਂ ਪ੍ਰਮਾਣ ਹੈ ਇਸ ਗੱਲ ਦਾ ਕਿ ਸੱਚ ਪ੍ਰਤਾੜਿਤ ਤੇ ਹੋ ਜਾਂਦਾ, ਪਰਾਜਿਤ ਨਹੀਂ ਹੁੰਦਾ, ਹਾਰਦਾ ਨਹੀਂ। ਇਹ ਕਿਸਾਨ ਮੋਰਚਾ ਨਹੀਂ ਹਾਰ ਸਕਦਾ ਕਿਉਂਕਿ ਇਹ ਸਾਡੀ ਪੱਗ ਹੈ, ਗੁਰੂ ਗੋਬਿੰਦ ਸਿੰਘ ਦਾ ਆਸ਼ੀਰਵਾਦ ਹੈ। ਅਕਾਲ ਪੁਰਖ ਇਸ ਮੋਰਚੇ ਨੂੰ ਚਲਾਉਂਦਾ, ਨਿਰਦੇਸ਼ ਦਿੰਦਾ, ਸਹੀ ਦਿਸ਼ਾ ਦੇ ਵਿੱਚ ਲਿਜਾਂਦਾ ਹੈ। ਇਸ ਕਰਕੇ ਮੈਂ ਤੁਹਾਨੂੰ ਕਹਿੰਦਾ ਕਿ ਸੱਚਾ ਰਾਸ਼ਟਰ ਧਰਮ ਇਹ ਹੈ ਕਿ ਅਸੀਂ ਇਸ ਦੇਸ਼ ਨੂੰ ਇਸ ਸਰਕਾਰ ਤੋਂ ਪ੍ਰੋਟੈਕਟ ਕਰੀਏ, ਸੁਰੱਖਿਆ ਕਵਚ ਪਾ ਕੇ ਰੱਖੀਏ, ਕਿਸਾਨ ਵੀਰਾਂ ਦੇ ਲਈ ਅੱਗੇ ਆ ਕੇ ਖੜੇ ਹੋਈਏ। ਔਰ ਇਹ ਨਹੀਂ ਵੀ ਨਿਰਪੱਖ ਹੋ ਕੇ ਪੱਖ ਲੈਣਾ ਵੀ ਆਹ ਸੱਚ ਵੱਲ ਖੜੇ ਹਾਂ। ਇਹੀ ਪੰਜਾਬ ਦੀ ਪਛਾਣ ਹੈ ਕਿ ਨਹੀਂ ਹੈ? ਸਾਰਾ ਕੁਝ ਇਸ ਕਰਕੇ I rest my case. It's a cast iron case. Anybody could argue with me. Anybody could come forth. Now I'm prepared. ਮੈਂ ਕਿਹੜੀ ਭਾਸ਼ਾ ਬੋਲਣੀ? 3 ਆਉਂਦੀਆਂ ਨੇ, 3 ਚ ਜਿਹੜੀ ਮਰਜ਼ੀ ਕਰੇ ਆਵੇ ਤਾਂ ਸਹੀ। ਕੋਈ ਹਉਮਾ ਨਹੀਂ, ਕੋਈ ਹੰਕਾਰ। ਗੁਰੂ ਦਾ ਨਾਮ ਲੈ ਕੇ ਖੜੂੰਗਾ, ਐਂਡ ਤੱਕ ਖੜੂੰਗਾ, till my last breath ਖੜੂੰਗਾ। ਕੋਈ ਜਵਾਬ ਦੇ ਦੇਣਾ ਕੋਈ। ਹੁਣ ਦੱਸੋ ਕਿ ਹੈ ਕੋਈ ਸਵਾਲ? ਹੁਣ ਤੇ ਮਤਲਬ ਤੁਸੀਂ ਕਹਿ ਰਹੇ ਸੀ ਨਾ ਕਿ ਹੋ ਰਿਹਾ ਹੈ, ਪਤਾ ਨਹੀਂ ਚੱਲ ਰਿਹਾ ਹੈ ਕਿ ਨੰਬਰਸ ਦੇ ਥਰੂ ਆਪਾਂ ਸਮਝਿਆ, ਲੇਕਿਨ ਕਾਫੀ ਚੀਜ਼ਾਂ ਤੇ ਅੰਡਰ ਦਾ ਟੇਬਲ ਵੀ ਨਹੀਂ ਹੈਗੀਆਂ ਨੇ, ਹੈ ਨਾ। ਖੁਦੇਆਮ ਪ੍ਰਾਈਵੇਟ ਕੰਪਨੀਆਂ ਨੂੰ ਪ੍ਰਮੋਸ਼ਨ, ਸਾਡਾ ਪ੍ਰਾਈਮ ਮਿਨਿਸਟਰ ਇੱਕ ਪ੍ਰਾਈਵੇਟ ਕੰਪਨੀ ਨੂੰ, ਪ੍ਰਾਈਵੇਟ ਪੇਮੈਂਟਸ ਵਾਲਟ ਨੂੰ ਪ੍ਰਮੋਟ ਕਰ ਰਿਹਾ ਹੈ, ਤੇ ਆਪਣੇ ਜਿਹੜੀ ਸਰਕਾਰ ਦਾ ਪੇਮੈਂਟਸ ਵਾਲਟ ਹੈ ਉਸ ਨੂੰ ਕੋਈ ਉਹਦੀ ਬਾਰੇ ਕੋਈ ਗੱਲ ਹੀ ਨਹੀਂ ਹੋ ਰਹੀ। ਤੇ ਖੁਦੇਆਮ ਬੱਚੂ ਜਦੋਂ ਇਹ ਖੁੱਲਿਆ ਹੁੰਦਾ, ਇਹਨੂੰ ਕਹਿੰਦੇ ਨੇ ਅੱਤ ਖੁਦਾ ਦਾ ਵੈ। ਸਹੀ ਗੱਲ। ਜਦੋਂ ਰੱਬ ਭੁੱਲਦਾ ਨਾ, ਜਦੋਂ ਅਕਾਲ ਪੁਰਖ ਭੁੱਲਦਾ ਤੇ ਫਿਰ ਦੇਖੋ, ਮੈਂ ਤੇ ਵਾਹਿਗੁਰੂ ਜੀ ਮੇਰਾ ਫਾਦਰ ਸਿੱਖ, ਸਟੌਂਚ ਸਿੱਖ, ਦਾਦੇ ਪੜਦਾਦਿਆਂ ਦਾ ਸਾਡਾ ਗੁਰੂ ਗ੍ਰੰਥ ਸਾਹਿਬ, ਮੈਂ ਉਹਦੇ ਅੱਗੇ ਝੁਕਦਾ, ਉਹ ਤੋਂ ਸੇਧ ਲੈਣਾ। ਇੱਕ ਲਾਈਨ ਸਭ ਕੁਝ ਦੱਸ ਦਿੰਦੀ ਕਈ ਵਾਰ। ਤੇ ਮਾਂ ਜੋ ਉਹ ਗੀਤਾ ਚੋਂ ਕਦੇ ਕਿਤੋਂ ਸ਼ਲੋਕ, ਪਰਿਤਰਾ ਨਾਮ ਸਾਧੁਨਾ ਵਿਨਾਸ਼ਾਚਾ ਹੈ ਦੁਸ਼ਕ੍ਰਿਤਾ ਧਰਮ ਸੰਸਥਾਪਨਾਰਥਾਏ ਸੰਭਵਾਨੀ ਯੁਗੇ ਯੁਗੇ। ਕਿ ਜਦ ਜ਼ੁਲਮ ਦੀ ਅਤੀ ਵੱਧਦੀ ਹੈ, ਗਰੀਬ ਮਜ਼ਲੂਮਾਂ ਸਾਧੂਆਂ ਕਿਸਾਨਾਂ ਦੇ ਉੱਤੇ ਜ਼ੁਲਮ ਵੱਧਦਾ ਹੈ, ਉਹ ਕਿਸਾਨ ਜਿਨੇ ਦੇਸ਼ ਨੂੰ ਆਜ਼ਾਦੀ ਦਿਵਾਉਣ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਪਾਇਆ, ਅੱਜ ਵੀ ਉਹ ਲੜ ਰਿਹਾ ਕਾਲੇ ਅੰਗਰੇਜ਼ਾਂ ਦੇ ਖਿਲਾਫ। ਸਮਝਿਆ ਨਹੀਂ? ਆਜ਼ਾਦੀ ਦੀ ਲੜਾਈ, ਕਿਉਂਕਿ ਬੇੜੀਆਂ ਤੇ ਬੇੜੀਆਂ ਨੇ ਨਾ, ਉਹ ਤੇ ਗੁਲਾਮ ਹੀ ਬਣਾਉਣੀ ਹੈ। ਇਹਦਾ ਮਤਲਬ ਕੀ ਹੈ? ਪਰਿਤਰਾ ਨਾਮ ਸਾਧ। ਜਦ ਇਹ ਜ਼ੁਲਮ ਦੀ ਅਤੀ ਹੁੰਦੀ ਹੈ, ਪਰਮਾਤਮਾ ਆਪਣੇ ਬੰਦਿਆਂ ਰਾਹੀਂ ਧਰਮ ਦੀ ਸਥਾਪਨਾ, ਪਰ ਧਰਮ ਭੁੱਖਿਆਂ ਨੂੰ ਰਜਾਉਣਾ ਹੈ ਬੇਟਾ, ਰੋਂਦਿਆਂ ਨੂੰ ਹਸਾਉਣਾ ਹੈ, ਉਜੜਿਆਂ ਨੂੰ ਵਸਾਉਣਾ ਹੈ, ਤੇ ਸਮਾਜ ਦੀ ਹਰ ਵਾਧਾ, ਹਰ ਰੋੜੇ ਨੂੰ ਹਟਾਉਣਾ ਹੈ। ਇਸ ਲਈ ਨਿਰਣੇ ਲਓ, ਵਿੱਚ ਨਹੀਂ ਰਹਿਣਾ, ਬਿੱਲੀ ਮਾਸੀ ਨਹੀਂ ਪੜਨਾ,
ਸੱਜੇ ਹੋਣਾ ਜਾਂ ਖੱਬੇ ਹੋਣਾ ਹੈ ਇਹ ਮੈਂ ਸੁਨੇਹਾ ਤੁਹਾਡੇ ਵਰਗੇ ਬੱਚਿਆਂ 'ਚ ਬੈਠ ਕੇ ਕਹਿਣਾ ਚਾਹੁੰਦਾ ਸੀ। ਤੁਸੀਂ ਭੁਲੇਖੋ ਸਾਡਾ ਨੌਜਵਾਨ 100 ਚੰਗਿਆਈਆਂ ਕਰਦਾ ਹੈ, ਜੇ ਉਹ ਮਾੜਾ ਜਿਹਾ ਇੱਕ ਹਲਕਾ ਜਿਹਾ ਵੀ ਇੰਨਾ ਕੁ ਪੈਰ ਰੱਖਦਾ ਹੈ, ਉਹਨੂੰ ਬਣਾਉਂਦੇ ਆ ਰਾਈ ਦਾ ਪਹਾੜ ਹੈ, ਤੇ ਉਹਦੇ ਬਲਿਦਾਨ ਨੂੰ ਉਹਦੀ ਸ਼ਹਾਦਤ ਨੂੰ ਉਹ ਨਹੀਂ ਦੇਖਦੇ ਹੈ। ਤੁਸੀਂ ਜਵਾਨ ਹੋ ਸਾਰੇ, ਇਹ ਬੈਟਨ ਤੁਹਾਨੂੰ ਦੇਣਾ ਹੈ, किसान मोर्चे ने भी देना है, असी भी देना है। वो कहते हैं रुकते हैं दरिया भी कहीं कहीं, दरिया भी कितने बन लगते हैं उन्होंने, फिर कहना सिद्धू ने शेर नहीं सुनाया है। रुकते हैं दरिया भी कहीं कहीं और झुकते हैं पर्वत भी कहीं कहीं, बस रुकती नहीं रवानियां और झुकती नहीं जवानियां। जेडे लोग फिर कहना सिद्धू कहता ठोको ताली मैं करके आ हैं। ਇਹ ਇਨਵੈਸਟਮੈਂਟ ਬੇਟਾ ਬਹੁਤ ਵੱਡੀ ਹੈ, ਕਿਉਂਕਿ ਅਸੀਂ ਆਪਣੀ ਅਗਲੀ ਪੀੜ੍ਹੀ ਸਦਕੇ ਜਾਵਾਂ। ਮੈਂ ਉਹ ਰਾਜੇਵਾਲ ਸਾਹਿਬ ਦੇ, ਮੈਂ ਉਹਦੀ ਸਪੀਚ ਵੀ ਸੁਣ ਰਿਹਾ, ਉਹ ਕਹਿੰਦਾ ਯਾਰ ਅਸੀਂ ਮਤਲਬ ਕੱਟ ਲਈ ਹੈ। ਮੈਨੂੰ ਲੱਗਿਆ ਯਾਰ ਮੈਂ ਇਹ ਤੇ ਮੇਰੇ ਬਾਰੇ ਹੀ ਗੱਲ ਕਰ ਰਿਹਾ, ਮੈਂ ਵੀ ਨਾਲ ਹੀ ਹਾਂ ਇਹਦੇ ਹੈ, ਇਹ ਤਾਂ ਮੇਰਾ ਹੀ ਹਿੱਸਾ ਹੈ, ਆਤਮਾ ਹੈ ਯਾਰ, ਇਹ ਆਤਮਾ ਤੇ ਅਗਾਤ ਹੈ ਸਾਡੀ, ਸਮਝ ਨਹੀਂ ਹੈ। ਤਾਂ ਕੱਟ ਲਈ, ਅਸੀਂ ਲੜ ਰਹੇ ਹਾਂ ਤੇ ਆਪਣੀ ਅਗਲੀ ਪੀੜ੍ਹੀ ਲਈ ਲੜ ਰਹੇ ਹਾਂ। ਇਸੇ ਕਰਕੇ ਮੈਂ ਕਹਿੰਦਾ ਕਿ ਇਲੈਕਸ਼ਨ ਜਿਹੜਾ ਹੈ, ਮੈਂ ਲੜਦਾ ਕਿ ਅਗਰ ਇਹ ਵਿਸ਼ਵਾਸ ਇਲੈਕਸ਼ਨ ਵਾਲੇ ਲੋਕਾਂ ਤੇ, ਪੋਲੀਟੀਕਲ ਲੋਕਾਂ ਤੋਂ, ਦੀ ਇਮੇਜ ਆਫ ਦੀ ਅਗਲੀ ਪੋਲੀਟੀਸ਼ੀਅਨ, ਗੁੱਡ ਦ ਬੈਡ ਦੀ ਅਗਲੀ ਹਰ ਇੱਕ ਥਾਂ ਤੇ ਹੁੰਦੀ ਹੈ, ਲੇਕਿਨ ਜ਼ਰੂਰੀ ਨਹੀਂ ਹੈ ਕਿ ਹਰ ਪੋਲੀਟੀਸ਼ੀਅਨ ਚੋਰ ਡਾਕੂ ਹੀ ਰੱਖਿਆ ਸਾਂਭ ਕੇ ਆਪਣੇ ਮਾਂ ਗੱਲ ਸਮਝਦੇ ਹੋ ਬੇਟਾ। ਇਸ ਕਰਕੇ ਇਹ ਲੜਾਈ ਇਮਾਨਦਾਰ ਬੰਦਿਆਂ ਦੀ ਗਲੀਆਂ 'ਚ, ਮਹੱਲਿਆਂ 'ਚ, ਸੱਥਾਂ 'ਚ ਦੇਖ ਲਓ। ਮੈਂ ਪਿੰਡਾਂ 'ਚ ਵੀ ਜਾਂਦਾ, ਆਪ ਇਕੋਨੋਮਿਸਟ ਦੇ ਨਾਲ ਤੇ ਚਾਹ ਦੀ ਦੁਕਾਨ ਤੇ ਵੀ ਬਹਿ ਜਾਂਦਾ ਹੈ ਨਾ, ਕਮਾਨਿਆਂ 'ਚ ਵੀ ਬਹਿਣਾ, ਬਾਗਾਂ 'ਚ ਵੀ ਫਿਰਦਾ। ਮੈਨੂੰ ਲੱਗਦਾ ਕੋਈ ਹੋਰ ਪੋਲੀਟੀਸ਼ੀਅਨ ਚਲਾ ਜਾਏ ਤਾਂ ਕੱਪੜੇ ਫਾੜ ਦੇਣ ਦੇਖੋ ਇਹ ਇਸ ਕਰਕੇ ਹੈ ਵੀ ਮੈਂ ਇੱਕੋ ਹੀ ਅਰਦਾਸ ਕਰਦਾ ਕਿ ਇਹ ਵਾਹਿਗੁਰੂ, ਇਹ ਕਿਸਾਨ ਮੋਰਚਾ ਇਹਦੀ ਪੱਤ ਰੱਖੀ, ਇਸ ਪੱਤ ਰੱਖਿਆ ਸੱਚਾ ਸਾਹਿਬ, ਉੱਥੋਂ ਹੀ ਜਿੱਥੋਂ ਸ਼ੁਰੂ ਕੀਤਾ ਸੀ ਉੱਥੇ ਹੀ ਖਤਮ ਕਰਨਾ। ਇਹ ਵਾਹਿਗੁਰੂ ਇਹਦੀ ਪੱਤ ਰੱਖੀ, ਇਹ ਤੇਰੇ ਹੱਥ ਹੈ, ਬੰਦੇ ਦੇ ਵੱਸ ਦਾ ਕੁਝ ਨਹੀਂ, ਅਸੀਂ ਤੇ ਜ਼ਰਰੇ ਆ। ਐਡੇ ਐਡੇ ਪਲੈਨਟ ਕਰਦੇ ਲੱਖਾਂ, ਬਾਬਾ ਲਿਖਦਾ ਲੱਖਾਂ ਆਕਾਸ਼ ਲੱਖਾਂ ਪਤਾਲ, ਗੜ 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 ਗੜ। ਮੇਰੀ ਮਾਂ ਕਹਿੰਦੀ ਕਿਤੇ ਉਹਦੀ ਇੱਕ ਦੀ ਫਰੀਕੁਐਂਸੀ ਸੁਣ ਲਓ, ਉਹਦਾ ਭੇਜਾ ਐ ਹਵਾ ਨਿਕਲ ਹੈ। ਜਿਹੜਾ ਉਹਨਾਂ ਨੂੰ ਚਲਾਉਂਦਾ ਉਹ ਚਲਾਊ ਇਸ ਮੋਰਚੇ, ਵਧਾਊ ਇਸ ਮੋਰਚੇ, ਰੱਖੂ ਸਾਡੀ ਪੱਤ ਹੈ। ਸੋ ਜਿਸ ਪੱਤ ਰੱਖੈ ਸੱਚਾ ਸਾਹਿਬ, ਨਾਨਕ ਮੇਟ ਨਾ ਸਕੇ ਕੋਈ, him whom the great Lord protects no one shall dishonor। नानक नीवा जो चले लगे न तत्ती वांग। ਹਾਂ ਸੱਚੇ ਮਾਰਗ ਚੱਲਿਆ ਉਸਤਤ ਕਰੇ ਜਹਾਨ। ਕਿਉਂ ਉਸਤਤ ਹੁੰਦੀ ਹੈ ਇਸ ਕਿਸਾਨ ਮੋਰਚੇ ਦੀ? ਤੇ ਸੱਚ ਤੇ ਖੜੋਤੇ ਹੈ, ਇਹੀ ਸੱਚ ਹੈ। ਇਸ ਕਰਕੇ ਬੇਟਾ ਥੈਂਕ ਯੂ ਵੈਰੀ ਮਚ ਫॉर ਕਮਿੰਗ। ਮੇ ਗॉड ਬਲੈਸ ਯੂ। ਖੁਸ਼ ਰਹੋ, ਆਬਾਦ ਰਹੋ, ਹੱਸਦੇ ਵਸਦੇ ਰਹੋ, ਕਿਉਂਕਿ ਜੇ ਤੁਸੀਂ ਹੱਸਦੇ ਵਸਦੇ ਰਹੋਗੇ, ਤੁਸੀਂ ਤਗੜੇ ਰਹੋਗੇ ਤੇ ਪੰਜਾਬ ਉਨਾ ਹੀ ਤਗੜਾ। गॉड ब्लेस यू। पार खत्म। जो बोले सो निहाल।